18 सूत्री एजेंडे 'चों ये 3-4 मसलिਆਂ ਤੇ ਵਿਧਾਨ ਸਭਾ ਦੇ ਵਿੱਚ ਕਾਰਵਾਈ ਕੈਪਟਨ ਅਮਰਿੰਦਰ ਨੂੰ ਪਾਉਣੀ ਪੈਣੀ ਹੈ, ਕਿਉਂਕਿ ਉਸ ਪਾਰਟੀ ਦਾ ਪ੍ਰਧਾਨ ਖੁੱਲ੍ਹ ਕੇ ਐਲਾਨ ਕਰ ਰਿਹਾ। ਬਿਜਲੀ ਦੇ ਸਮਝੌਤੇ ਖਤਮ ਹੋਣਗੇ ਔਰ ਜਿਹੜੇ ਲੋਕ ਸ਼ਹਿਰ ਦੇ 12 ਰੁਪਏ ਬਿਜਲੀ ਲੈਂਦੇ ਆ ਉਹਨਾਂ ਨੂੰ 3 ਤੋਂ 5 ਰੁਪਏ ਬਿਜਲੀ ਮੁਹੱਈਆ ਕਰਾ ਕੇ ਦੇਵਾਂਗੇ। ਲਿਖ ਲਓ ਮੇਰੀ ਗੱਲ, ਮੇਰੀ ਗੱਲ ਲਿਖ। ਮਨਪ੍ਰੀਤ ਬਾਦਲ ਨੂੰ ਅਜਿਹਾ ਵਿੱਤ ਮੰਤਰੀ ਪ੍ਰੋਜੈਕਟ ਕੀਤਾ ਗਿਆ ਸੀ ਵੀ ਮਨਪ੍ਰੀਤ ਬਾਦਲ ਵਰਗਾ ਤਾਂ ਪੰਜਾਬ 'ਚ ਵਿੱਤ ਮੰਤਰੀ ਨਹੀਂ ਮਿਲਿਆ। ਕਿੱਥੇ ਗਿਆ ਕਿਸਾਨ ਕਰਜ਼ਾ ਮਾਫੀ? ਔਰ ਮਨਪ੍ਰੀਤ ਬਾਦਲ ਵੀ ਅੱਜ ਕੱਲ੍ਹ ਸੁਰਖੀਆਂ 'ਚ ਘੱਟ ਆਉਂਦੇ ਨੇ। ਆਖੇ ਕਾਂਗਰਸ ਵਾਲੇ ਕਹਿੰਦੇ ਸੀ ਵੀ ਫਾਰਮ ਭਰਤੇ ਵੀ ਕਰਜ਼ਾ ਦੇਣ ਦੀ ਲੋੜ ਨਹੀਂ। ਇਹ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਕਿ ਲੋਕਾਂ ਨੂੰ ਪਾਰਟੀ ਕਹਿੰਦੀ ਹੋਵੇ ਕੋਈ ਵੀ ਤੁਸੀਂ ਕਰਜ਼ੇ ਨਾ ਮੋੜਿਓ, ਅਸੀਂ ਦੇਵਾਂਗੇ ਆ ਕੇ, ਤੇ ਬਾਅਦ 'ਚ ਪੱਲਾ ਚੱਕ ਗਏ। ਔਰ ਨਵਜੋਤ ਸਿੰਘ ਸਿੱਧੂ ਦੇ ਜਿਉਂਦੇ ਜੀ, ਇੰਦਰਵੀਰ ਦੇ ਜਿਉਂਦੇ ਜੀ ਐਤਕੀ ਮਤਾ ਪਊਗਾ ਔਰ ਸਾਰੇ ਪੰਜਾਬ ਦੇ ਸਾਹਮਣੇ ਰਿਪੋਰਟ ਖੋਲ੍ਹਣੀ ਇਹ ਬਹੁਤ ਵੱਡਾ ਘੁਟਾਲੇ ਦਾ ਸੰਕੇਤ ਮਿਲ ਰਿਹਾ ਗਗਨ ਕਿ ਪੰਜਾਬ ਦੇ ਵਿੱਚ ਲੀਡਰਾਂ ਨੇ, ਪੋਲੀਟੀਕਲ ਲੀਡਰਾਂ ਨੇ ਹੁਣ ਅਨਾਜ ਮੰਡੀਆਂ ਦੇ ਵਿੱਚ ਵੀ ਅਸਿੱਧੇ ਰੂਪ 'ਚ ਆਪਣਾ ਕੰਟਰੋਲ ਬਣਾ ਲਿਆ। ਖੇਤੀ ਕਾਨੂੰਨ ਰੱਦ ਹੋਣਗੇ, ਇਹ ਸੋਧਾਂ ਨਾਲ ਕੰਮ ਨਹੀਂ ਚੱਲਣਾ। ਖੇਤੀ ਕਾਨੂੰਨ ਰੱਦ ਹੋਣਗੇ, ਮੈਂ ਤੁਹਾਨੂੰ ਕਹਿ ਰਿਹਾ। ਗਗਨ, ਅਗਰ ਕੋਈ ਵਿਧਾਇਕ ਇਹਨਾਂ ਮਤਿਆਂ ਦੇ ਖਿਲਾਫ ਜਾਂਦਾ ਹੈ, ਪਾਵਰ ਪਰਚੇਜ ਐਗਰੀਮੈਂਟ ਰੱਦ ਹੁੰਦੇ ਨੇ, ਵਿਧਾਇਕ ਗੈਰ ਹਾਜ਼ਰ ਰਹਿ ਗਿਆ। PPA ਰੱਦ ਕਰਨੇ ਨੇ, ਵਿਧਾਇਕ ਗੈਰ ਹਾਜ਼ਰ ਰਹਿ ਗਿਆ। ਖੇਤੀ ਕਾਨੂੰਨਾਂ ਦੇ ਮਤੇ ਰੱਦ ਕਰਨੇ ਨੇ, ਵਿਧਾਇਕ ਗੈਰ ਹਾਜ਼ਰ ਰਹਿ ਗਿਆ। ਲੈ ਉਹ ਸਾਰੀ ਜ਼ਿੰਦਗੀ ਮੁੜ ਕੇ ਵਿਧਾਇਕ ਤਾਂ ਨਹੀਂ ਫਿਰ ਬਣਦਾ। ਔਰ ਮੇਰੇ ਕੋਲੇ ਇੱਥੋਂ ਤੱਕ ਖਬਰਾਂ ਆਈਆਂ ਨੇ ਗਗਨ ਕਿ ਅੱਜ ਜਾਂ ਕੱਲ੍ਹ ਪੰਜਾਬ ਦੇ ਮੰਤਰੀਆਂ ਦਾ ਇੱਕ ਡੈਪੂਟੇਸ਼ਨ ਹਾਈ ਕਮਾਂਡ ਦੇ ਨਾਲ ਗੁਪਤ ਮੀਟਿੰਗ ਕਰਨ ਜਾ ਸਕਦਾ ਹੈ, ਜਿਹਦੇ ਵਿਧਾਇਕ ਵਿਧਾਨ ਸਭਾ ਦੇ ਬਾਹਰ ਜਿਹੇ ਮਤੇ ਅਗਰ ਪਾਸ ਕਰ ਗਏ ਤੇ ਫਿਰ ਉਸ ਸਰਕਾਰ ਦੀ ਹੈਸੀਅਤ ਕੀ ਰਹਿ ਗਈ? ਗਗਨ, ਅਗਰ ਅਜਿਹਾ ਕੰਮ ਹੋ ਜਾਂਦਾ ਉਸ ਤੋਂ ਬਾਅਦ ਤਾਂ ਫਿਰ ਵਿਧਾਇਕ ਦਲ ਦੀ ਬੈਠਕ ਹੀ ਬੁਲਾਉਣੀ ਹੈ ਸਿੱਧੂ ਨੇ। 2 ਰੁਪਏ ਯੂਨਿਟ ਸੋਲਰ ਬਿਜਲੀ ਮਿਲ ਰਹੀ ਹੈ ਤੇ ਸਮਝੌਤੇ 16-17 ਰੁਪਏ ਦੇ ਨੇ। ਸੋਲਰ ਬਿਜਲੀ ਜਿਹੜੀ ਅਸੀਂ ਲੈ ਰਹੇ ਹਾਂ ਸਰਕਾਰੀ ਤੌਰ ਤੇ, ਦੇਖੋ ਕਿੱਡੀ ਵੱਡੀ ਗੱਲ ਹੈ ਗਗਨ। ਇਹ ਅੱਖਾਂ 'ਚੋਂ ਹੰਝੂ ਕੱਢਣ ਵਾਲੀ ਗੱਲ ਹੈ ਪੰਜਾਬੀਆਂ ਦੇ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਲਾਈਵ ਕਪੜ ਛਾਣ ਦਾ ਖਾਸ ਪ੍ਰੋਗਰਾਮ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗਗਨਦੀਪ ਸਿੰਘ। ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਅੱਜ ਦੀ ਚਰਚਾ ਵੀ ਪੰਜਾਬ ਦੀ ਅਤੇ ਦੇਸ਼ ਦੀ ਸਿਆਸਤ ਦੇ ਆਲੇ ਦੁਆਲੇ ਰਹੇਗੀ। ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਧਮਾਕਾ ਨਵਜੋਤ ਸਿੰਘ ਸਿੱਧੂ ਨੇ ਕਰ ਦਿੱਤਾ ਹੈ। ਸਿੱਧੇ ਤੌਰ ਦੇ ਉੱਤੇ ਅਲਟੀਮੇਟਮ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਹੈ। ਬਿਜਲੀ ਸਮਝੌਤੇ ਰੱਦ ਕਰਨੇ ਹੋਣ ਜਾਂ ਫਿਰ ਵੱਖੋ ਵੱਖਰੇ ਮਸਲਿਆਂ ਦੇ ਉੱਤੇ ਜਿਸ ਦੇ ਉੱਤੇ ਨਵਜੋਤ ਸਿੰਘ ਸਿੱਧੂ ਟਵੀਟ ਕਰਦੇ ਸੀ, ਉਹਨਾਂ ਦੇ ਹੱਲ ਦੇ ਲਈ ਅਲਟੀਮੇਟਮ ਕੈਪਟਨ ਅਮਰਿੰਦਰ ਸਿੰਘ ਨੂੰ ਹੈ। ਕੀ ਕੁਝ ਇਸ ਅਲਟੀਮੇਟਮ ਦੇ ਵਿੱਚ ਹੈ, ਵਿਸਥਾਰ ਦੇ ਨਾਲ ਪ੍ਰੋਗਰਾਮ ਦੇ ਵਿੱਚ ਚਰਚਾ ਰਹੇਗੀ ਤੇ ਚਰਚਾ ਕਰਾਂਗੇ। ਨਾਲ ਹੀ ਮੰਡੀਆਂ ਦਾ ਘੁਟਾਲਾ ਜੋ ਸਾਹਮਣੇ ਆ ਰਿਹਾ ਹੈ, ਕਥਿਤ ਤੌਰ ਦੇ ਉੱਤੇ ਇਸ ਘੁਟਾਲੇ ਦਾ ਜ਼ਿਕਰ ਹਰ ਜਗ੍ਹਾ ਦੇ ਉੱਤੇ ਆ ਰਿਹਾ, ਉਸ ਘੁਟਾਲੇ ਦੇ ਉੱਤੇ ਵੀ ਚਰਚਾ ਵਿਸਥਾਰ। ਅਨਾਜ ਮੰਡੀਆਂ ਦੀ ਜੀ, ਅਨਾਜ ਮੰਡੀਆਂ ਦਾ ਘੁਟਾਲਾ ਹੈ ਜੋ ਕਿਹਾ ਜਾ ਰਿਹਾ ਕਿ ਘੁਟਾਲਾ ਹੋਇਆ, ਪਰ ਇਸ ਦੇ ਵਿੱਚ ਕੀ ਹੈ ਜ਼ਰੂਰ ਸਾਫ਼ ਕਰਾਂਗੇ। ਤੇ ਨਾਲ ਹੀ ਚਰਚਾ ਰਹੇਗੀ 16 ਅਗਸਤ ਨੂੰ ਸੱਦੀ ਗਈ ਕੈਬਨਿਟ ਬੈਠਕ ਦੇ ਵਿੱਚ ਕੀ ਕੁਝ ਹੋਣ ਜਾ ਰਿਹਾ, ਉਸ ਦੇ ਉੱਤੇ ਵੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਡੱਲਾ ਸਾਹਿਬ ਦਾ ਸਵਾਗਤ ਕਰਦੇ ਹਾਂ। ਡੱਲਾ ਸਵਾਗਤ ਹੈ ਜੀ। ਬਹੁਤ ਧੰਨਵਾਦ ਗਗਨ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ। ਡੱਲਾ ਸਾਹਿਬ, ਸਭ ਤੋਂ ਪਹਿਲਾਂ ਤਾਂ ਨਵਜੋਤ ਸਿੰਘ ਸਿੱਧੂ ਹੋਣਾ ਦੇ ਵੱਲ ਚੱਲਾਂਗੇ। ਜਿਸ ਤਰ੍ਹਾਂ ਦਾ ਬਿਆਨ ਕੱਲ੍ਹ ਨਵਜੋਤ ਸਿੰਘ ਸਿੱਧੂ ਨੇ ਦਿੱਤਾ ਹੈ, ਉਸ ਤੋਂ ਬਾਅਦ ਸਿਆਸਤ ਦੇ ਵਿੱਚ ਖਲਬਲੀ ਹੈ। ਲੱਗ ਰਿਹਾ ਸੀ ਕਿ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦਿੱਲੀ ਗਏ ਨੇ ਤਾਂ ਕੁਝ ਨਾ ਕੁਝ ਸੌਫਟ ਕਾਰਨਰ ਵਿਖਾਉਣਗੇ ਸਿੱਧੂ, ਕਿਉਂਕਿ ਸੋਨੀਆ ਗਾਂਧੀ ਦੇ ਵੱਲੋਂ ਕਿਹਾ ਗਿਆ ਸੀ, ਪਰ ਸਿੱਧੂ ਨੇ ਸਿੱਧੇ ਤੌਰ ਦੇ ਉੱਤੇ ਅੱਜ ਅਲਟੀਮੇਟਮ ਦੇ ਦਿੱਤਾ। ਕਿੱਦਾਂ ਵੇਖ ਰਹੇ ਹੋ ਗਗਨ? ਬੜੀ ਹੈਰਾਨੀ ਵਾਲੀ ਗੱਲ ਉਹਨਾਂ ਲੋਕਾਂ ਲਈ ਹੈ ਜਿਹੜੇ ਸਿੱਧੂ ਦੀ ਤਬੀਅਤ ਨੂੰ ਨਹੀਂ ਸਮਝਦੇ। ਮੈਨੂੰ ਕੋਈ ਹੈਰਾਨੀ ਨਹੀਂ ਹੋਈ, ਕਿਉਂਕਿ ਸਿੱਧੂ ਦੀ ਤਬੀਅਤ ਇਸੇ ਤਰ੍ਹਾਂ ਦੀ ਹੈ। ਸਿੱਧੂ ਜਦੋਂ ਸਟੈਂਡ ਲੈ ਗਿਆ ਤੇ ਸਾਫ਼ ਸੀ ਕਿ ਨਵਜੋਤ ਸਿੰਘ ਸਿੱਧੂ ਬਹੁਤਾ ਸਮਾਂ ਚੁੱਪ ਨਹੀਂ ਰਹਿਣ ਵਾਲਾ। ਉਹ ਜਿਹੜੇ ਮੁੱਦੇ ਲੈ ਕੇ ਹਾਈ ਕਮਾਂਡ ਤੋਂ ਮੋਹਰ ਲਵਾ ਕੇ ਆਇਆ 18 ਸੂਤਰੀ ਏਜੰਡੇ ਤੇ, ਉਹਨੂੰ ਲਾਗੂ ਕਰਾਉਣ ਲਈ ਨਵਜੋਤ ਸਿੰਘ ਸਿੱਧੂ ਹਰ ਕਦਮ ਪੱਟੂਗਾ, ਹਰ ਹੀਲਾ ਵਰਤੂਗਾ ਸਿੱਧੂ। ਹੁਣ ਤੁਸੀਂ ਦੇਖੋ, 2 ਦਿਨ ਪਹਿਲਾਂ ਹੀ ਕੈਪਟਨ ਅਮਰਿੰਦਰ ਸੋਨੀਆ ਗਾਂਧੀ ਕੋਲੇ ਨਵਜੋਤ ਸਿੰਘ ਸਿੱਧੂ ਦੀ ਕਾਰਜਸ਼ੈਲੀ ਦੀ ਸ਼ਿਕਾਇਤ ਕਰਕੇ ਆਏ ਨੇ, ਤੇ ਇੱਧਰ ਸਿੱਧੂ ਨੇ ਕੱਲ੍ਹ ਸਾਫ਼ ਐਲਾਨ ਕਰਤਾ ਕਿ ਜਾਂ ਤਾਂ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ STF ਦੀ ਰਿਪੋਰਟ ਜਨਤਕ ਕੀਤੀ ਜਾਵੇ, ਜਿਹੜੀ ਕਿ ਕੀਤੀ ਜਾਣੀ ਚਾਹੀਦੀ ਹੈ। STF ਦੀ ਰਿਪੋਰਟ ਜਨਤਕ, ਭਾਵੇਂ ਹਾਈ ਕੋਰਟ ਤੋਂ ਮਨਜ਼ੂਰੀ ਲਓ। ਹਾਈ ਕੋਰਟ 'ਚ ਹਜੇ ਤੱਕ ਸੀਲ ਬੰਦ ਹੈ ਕਹਿੰਦੇ ਲਿਫਾਫਾ। ਸਰਕਾਰ ਜਾਵੇ ਹਾਈ ਕੋਰਟ ਵੀ, ਲਿਫਾਫਾ ਅਦਾਲਤਾਂ ਨੇ ਖੋਲ੍ਹ ਦੇਣਾ, ਪੈਰਵਾਈ ਕਰਨ ਸਰਕਾਰਾਂ।
ਵੀ ਸੋਲਰ ਬਿਜਲੀ ਅੱਜ 2 ਰੁਪਏ ਦਾ ਮੁੱਲ ਹੈ ਸਿੱਧੂ ਕਹਿੰਦਾ, ਤੇ ਅਸੀਂ ਜਿਹੜੀ ਦੂਜੀ ਬਿਜਲੀ ਲੈ ਰਹੇ ਹਾਂ ਪੁਰਾਣੇ ਸਮਝੌਤਿਆਂ ਮੁਤਾਬਕ 17 ਰੁਪਏ ਦੇ ਕਰੀਬ ਲੈ ਰਹੇ ਹਾਂ। ਸੋਲਰ ਬਿਜਲੀ ਕਿਉਂ ਨਾ ਵਰਤੀ ਜਾਵੇ 2 ਰੁਪਏ ਵਾਲੀ। ਸੋ ਸਿੱਧੂ ਕਹਿੰਦਾ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਪਾਵਰ ਪਰਚੇਜ਼ ਐਗਰੀਮੈਂਟ ਰੱਦ ਕਰੋ, STF ਦੀ ਰਿਪੋਰਟ ਜਨਤਕ ਕਰੋ। ਔਰ ਇਹਦੇ ਨਾਲ ਨਾਲ ਨਵਜੋਤ ਸਿੰਘ ਸਿੱਧੂ ਨੇ ਸਾਫ਼ ਕਹਿਤਾ ਕਿ 3 ਖੇਤੀ ਕਾਨੂੰਨ ਰੱਦ ਕਰੋ ਵਿਧਾਨ ਸਭਾ 'ਚ। ਸੋਧ ਮਤੇ ਨਹੀਂ, ਗੱਲ ਕਾਨੂੰਨਾਂ ਨੂੰ ਰੱਦ ਕਰਨ ਦੀ ਹੈ। ਔਰ ਜੇ ਵਿਧਾਨ ਸਭਾ ਦੇ ਸੈਸ਼ਨ 'ਚ ਇਹ ਚੀਜ਼ ਨਹੀਂ ਹੁੰਦੀ ਗਗਨ, ਸਿੱਧੂ ਨੇ ਐਲਾਨ ਕਰਤਾ ਵੀ ਨਹੀਂ ਤਾਂ ਪੰਜਾਬ ਦੇ ਵਿਧਾਇਕ ਇਹ ਕਰ ਦੇਣਗੇ। ਹੁਣ ਮੈਨੂੰ ਇਹ ਲੱਗਦਾ ਗਗਨ ਕਿ ਨਵਜੋਤ ਸਿੰਘ ਸਿੱਧੂ ਨੇ ਵੀ ਵੱਡਾ ਸਿਆਸੀ ਪੱਤਾ ਖੇਡਤਾ। ਮੰਨ ਲਓ ਜੇ ਵਿਧਾਨ ਸਭਾ ਦਾ ਸੈਸ਼ਨ ਨਹੀਂ ਵੀ ਸੱਦਿਆ ਜਾਂਦਾ ਤੇ ਸਿੱਧੂ ਵਿਧਾਇਕਾਂ ਦੀ ਮੀਟਿੰਗ ਬੁਲਾ ਕੇ ਅਗਰ ਕਵੇ ਕਿ ਅਸੀਂ ਮਤਾ ਪਾ ਕੇ ਰੱਦ ਕਰੀਏ ਸਾਰੇ ਕਾਂਗਰਸ ਦੇ ਵਿਧਾਇਕ ਖੇਤੀ ਕਾਨੂੰਨਾਂ ਨੂੰ, PPA ਦੇ ਸਮਝੌਤਿਆਂ ਨੂੰ, ਔਰ ਆਪਣੇ STF ਦੀ ਰਿਪੋਰਟ ਜਨਤਕ ਕਰਨ ਦਾ ਅਸੀਂ ਵਿਧਾਇਕ ਮੀਟਿੰਗ ਬੁਲਾ ਕੇ ਫਿਰ ਅਸੀਂ ਇਹ ਮਤਾ ਰੱਦ ਕਰੀਏ, ਭਾਵੇਂ ਉਹਦੀ ਕਾਨੂੰਨੀ ਮਾਨਤਾ ਨਹੀਂ ਹੈ, ਪਰ ਇੱਕ ਸਰਕਾਰ ਜਿਹਦੇ ਵਿਧਾਇਕ ਵਿਧਾਨ ਸਭਾ ਦੇ ਬਾਹਰ ਅਜਿਹੇ ਮਤੇ ਅਗਰ ਪਾਸ ਕਰ ਗਏ ਤੇ ਫਿਰ ਉਸ ਸਰਕਾਰ ਦੀ ਹੈਸੀਅਤ ਕੀ ਰਹਿ ਗਈ। ਗਗਨ ਅਗਰ ਅਜਿਹਾ ਕੰਮ ਹੋ ਜਾਂਦਾ ਉਸ ਤੋਂ ਬਾਅਦ ਤਾਂ ਫਿਰ ਵਿਧਾਇਕ ਦਲ ਦੀ ਬੈਠਕ ਹੀ ਬੁਲਾਉਣੀ ਹੈ ਸਿੱਧੂ ਨੇ। ਹੁਣ ਉਹਦੇ ਲਈ ਕੀ ਹਾਈ ਕਮਾਂਡ ਦੀ ਰਜ਼ਾਮੰਦੀ ਹੈ, ਰਾਹੁਲ ਗਾਂਧੀ ਦੀ ਰਜ਼ਾਮੰਦੀ ਹੋਊਗੀ, ਪ੍ਰਿੰਕਾ ਗਾਂਧੀ ਦੀ ਰਜ਼ਾਮੰਦੀ ਹੋਊਗੀ, ਮੈਨੂੰ ਲੱਗਦਾ ਹੋਊਗੀ, ਕਿਉਂਕਿ ਬਿਨਾਂ ਹਾਈ ਕਮਾਂਡ ਦੀ ਮਰਜ਼ੀ ਦੇ ਸਿੱਧੂ ਐਡੇ ਵੱਡੇ ਐਲਾਨ ਨਹੀਂ ਕਰ ਸਕਦਾ। ਹੁਣ ਅਗਰ ਵਿਧਾਇਕ ਦਲ ਦੀ ਬੈਠਕ ਬੁਲਾ ਲਈ ਤੇ ਵਿਧਾਇਕ ਦਲ ਦਾ ਨੇਤਾ ਹੀ ਨਵਾਂ ਚੁਣ ਲਿਆ ਤੇ ਫਿਰ ਵਿਧਾਨ ਸਭਾ ਦੇ ਸੈਸ਼ਨ ਦੀ ਸਿਫਾਰਿਸ਼ ਤਾਂ ਆਪੇ ਹੀ ਹੋ ਜਾਣੀ ਹੈ ਕਿ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਜਾਵੇ ਤੇ ਵਿਧਾਇਕ ਨਵੇਂ ਸਿਰੇ ਤੋਂ ਮਤੇ ਵਿਧਾਨ ਸਭਾ 'ਚ ਰੱਦ ਕਰਨਗੇ। ਸੋ ਇਹਦੇ ਪਿੱਛੇ ਦੀ ਕਹਾਣੀ ਆਪਣੇ ਆਪ ਸਿਆਣੇ ਲੋਕ ਸਮਝ ਗਏ ਸਾਰੇ। ਸੋ ਐਡਾ ਆਸਾਨ ਨਹੀਂ ਹੈ ਕੈਪਟਨ ਅਮਰਿੰਦਰ ਲਈ ਗਗਨ ਇਸ ਵਾਰ ਇਹਨਾਂ ਮੰਗਾਂ ਨੂੰ ਅੱਖੋਂ ਪਰੋਖੇ ਕਰਨਾ। 18 ਸੂਤਰੀ ਏਜੰਡੇ 'ਚੋਂ ਇਹ 3-4 ਮਸਲਿਆਂ ਤੇ ਵਿਧਾਨ ਸਭਾ ਦੇ ਵਿੱਚ ਕਾਰਵਾਈ ਕੈਪਟਨ ਅਮਰਿੰਦਰ ਨੂੰ ਪਾਉਣੀ ਪੈਣੀ ਹੈ, ਕਿਉਂਕਿ ਉਸ ਪਾਰਟੀ ਦਾ ਪ੍ਰਧਾਨ ਖੁੱਲ੍ਹ ਕੇ ਐਲਾਨ ਕਰ ਰਿਹਾ। ਔਰ ਇਹ ਵੀ ਗੱਲ ਹੈ, ਅਗਰ ਕੋਈ ਵਿਧਾਇਕ ਗਗਨ ਅਗਰ ਕੋਈ ਵਿਧਾਇਕ ਇਹਨਾਂ ਮਤਿਆਂ ਦੇ ਖਿਲਾਫ ਜਾਂਦਾ ਹੈ, ਪਾਵਰ ਪਰਚੇਜ਼ ਐਗਰੀਮੈਂਟ ਰੱਦ ਹੁੰਦੇ ਨੇ, ਵਿਧਾਇਕ ਗੈਰ ਹਾਜ਼ਰ ਰਹਿ ਗਿਆ, PPA ਰੱਦ ਕਰਨੇ ਨੇ, ਵਿਧਾਇਕ ਗੈਰ ਹਾਜ਼ਰ ਰਹਿ ਗਿਆ, ਖੇਤੀ ਕਾਨੂੰਨਾਂ ਦੇ ਮਤੇ ਰੱਦ ਕਰਨੇ ਨੇ, ਵਿਧਾਇਕ ਗੈਰ ਹਾਜ਼ਰ ਰਹਿ ਗਿਆ, ਲੈ ਉਹ ਸਾਰੀ ਜ਼ਿੰਦਗੀ ਮੁੜ ਕੇ ਵਿਧਾਇਕ ਤਾਂ ਨਹੀਂ ਫਿਰ ਬਣਦਾ। ਇਸ ਕਰਕੇ ਇਹ ਨਵਜੋਤ ਸਿੰਘ ਸਿੱਧੂ ਨੇ ਵੀ ਸਿਆਸੀ ਗੋਟੀ ਖੇਡਤੀ। ਸੋ ਇਹ ਜਿਹੜੀ ਸਿਆਸਤ ਹੈ ਗਗਨ, ਇਹ ਬੜੇ ਰੰਗ ਇਹਨੇ ਬਦਲਨੇ ਨੇ ਆਉਂਦੇ ਦਿਨਾਂ ਦੇ ਵਿੱਚ। ਮੈਂ ਕਈ ਦਿਨਾਂ ਦਾ ਕਹਿ ਰਿਹਾ ਸੀ। ਹੁਣ ਸਵਾਲ ਤਾਂ ਇਹ ਹੈ ਵੀ ਕੀ ਇਸ ਤਾਜ਼ਾ ਮੰਗ 'ਚ ਜਿਹੜੀ ਸਿੱਧੂ ਨੇ ਤਾਜ਼ਾ ਮੰਗ ਕੀਤੀ ਹੈ ਕੈਪਟਨ ਅਮਰਿੰਦਰ ਤੋਂ, ਕਿ ਹੁਣ ਅਕਾਲੀ ਦਲ ਸਾਥ ਦੇਵੇਗਾ? ਕੀ ਅਕਾਲੀ ਦਲ ਸਮਰਥਨ ਕਰੂਗਾ ਵੀ ਚਲੋ ਕੈਪਟਨ ਸਾਹਿਬ STF ਦੀ ਰਿਪੋਰਟ ਜਨਤਕ ਕਰੋ? ਅਕਾਲੀ ਦਲ ਦੀ ਵੀ ਅੱਗ ਵਾਲੀ ਪ੍ਰੀਖਿਆ ਹੈ, BJP ਦੀ ਵੀ ਅਗਨੀ ਪ੍ਰੀਖਿਆ ਹੈ, ਕਿਉਂਕਿ ਅਕਾਲੀ ਦਲ ਤੇ BJP ਦੀ ਸਰਕਾਰ ਸੀ ਜਦੋਂ ਪੰਜਾਬ ਦੇ ਵਿੱਚ ਨਸ਼ੇ ਨੇ ਬੁਲੰਦੀਆਂ ਛੂਹੀਆਂ। ਕਿਵੇਂ ਨੌਜਵਾਨ ਟੀਕੇ ਲਾ ਦੁਨੀਆ ਤੋਂ ਗਏ, ਨਸ਼ਿਆਂ ਦੇ ਟੀਕੇ ਵਿਕੇ ਪੰਜਾਬ 'ਚ, ਆ ਦਵਾਈਆਂ ਦੀਆਂ ਦੁਕਾਨਾਂ ਤੋਂ ਨੀਲੇ ਦੇ ਪੱਤੇ ਵਿਕੇ, ਨੀਲਾ ਕਹਿੰਦੇ ਸੀ ਕਈ ਨਸ਼ੇ ਵਾਲਿਆਂ ਨੂੰ। ਸੋ ਇਸ ਕਰਕੇ ਕੀ ਹੁਣ ਅਕਾਲੀ ਦਲ ਸਮਰਥਨ ਕਰੂਗਾ ਵੀ ਸੱਦੋ ਵਿਧਾਨ ਸਭਾ ਦਾ ਸੈਸ਼ਨ ਤੇ ਕਰੋ STF ਦੀ ਰਿਪੋਰਟ ਰੱਦ, PPA ਸਮਝੌਤੇ ਰੱਦ ਕਰਨ ਲਈ ਪਾਵਰ ਪਰਚੇਜ਼ ਐਗਰੀਮੈਂਟ? ਕੀ ਅਕਾਲੀ ਦਲ ਨਾਲ ਤੁਰੂ? ਆਮ ਆਦਮੀ ਪਾਰਟੀ ਵਾਲੇ ਤੁਰਨਗੇ? ਕਿ ਅੱਜ ਆਮ ਆਦਮੀ ਪਾਰਟੀ ਦੇ ਲੀਡਰ ਕਹਿਣਗੇ ਵੀ ਕਰੋ ਜੀ STF ਦੀ ਰਿਪੋਰਟ ਜਨਤਕ ਕਰੋ? ਪਹਿਲਾਂ ਮੰਗ ਕਰਦੇ ਰਹੇ ਨੇ, ਇਹੋ ਜਿਹੀ ਗੱਲ ਨਹੀਂ ਵੀ ਆਮ ਆਦਮੀ ਪਾਰਟੀ ਨੇ ਗਗਨ ਪਹਿਲਾਂ ਕਦੀ ਮੰਗ ਨਹੀਂ ਕੀਤੀ, ਪਹਿਲਾਂ ਵੀ ਮੰਗ ਕਰਦੇ ਰਹੇ ਨੇ। ਪਰ ਕਿਉਂ? ਕਿਉਂਕਿ ਹੁਣ ਗੱਲ ਸਿੱਧੂ ਨੇ ਮੁੱਦੇ ਦੇ ਰੂਪ 'ਚ ਚੱਕਤੀ। ਸਿੱਧੂ ਦੀ ਵੀਡੀਓ ਦੀ ਆਵਾਜ਼ ਜ਼ਿਆਦਾ ਸਾਫ਼ ਨਹੀਂ, ਪਰ ਫਿਰ ਵੀ ਮੈਂ ਕਹੂੰਗਾ ਇੱਕ ਵਾਰੀ ਥੋੜੀ ਗੱਲ ਜ਼ਰੂਰ ਸੁਣਾ ਦਿਓ ਆਵਾਜ਼ ਉੱਚੀ ਕਰਕੇ। ਤੇ ਮੈਂ ਤੁਹਾਨੂੰ ਵਚਨ ਦਿੰਦਾ ਇਸ ਵਿਧਾਨ ਸਭਾ ਦੇ ਵਿੱਚ, ਉਹ ਕਹਿੰਦੇ ਯਾਰ ਟਾਂਡਿਆਂ ਵਾਲਿਆਂ ਨਹੀਂ, ਜਾਂ ਫਿਰ ਟਾਂਡਿਆਂ ਵਾਲੀ ਨਹੀਂ, ਜਾਂ ਭਾਂਡਿਆਂ ਵਾਲੀ ਨਹੀਂ, ਇਸ ਵਿਧਾਨ ਸਭਾ ਸੈਸ਼ਨ ਦੇ ਵਿੱਚ ਇਹ ਬਿਜਲੀ ਦੇ ਸਮਝੌਤੇ ਖਤਮ ਹੋਣਗੇ। ਇਹ ਬਿਜਲੀ ਦੇ ਸਮਝੌਤੇ ਖਤਮ ਹੋਣਗੇ ਔਰ ਜਿਹੜੇ ਲੋਕ ਸ਼ਹਿਰ ਦੇ 12 ਰੁਪਏ ਬਿਜਲੀ ਲੈਂਦੇ ਆ ਉਹਨਾਂ ਨੂੰ 3 ਤੋਂ 5 ਰੁਪਏ ਬਿਜਲੀ ਮੁਹੱਈਆ ਕਰਾ ਕੇ ਦੇਵਾਂਗੇ। ਲਿਖ ਲਓ ਮੇਰੀ ਗੱਲ, ਇਹ ਮੇਰੀ ਗੱਲ ਲਿਖ। ਜਦੋਂ ਮਾਰਕੀਟ 'ਚ ਬਿਜਲੀ 2 ਰੁਪਏ ਦੀ ਹੈ, ਸੋਲਰ ਬਿਜਲੀ 2 ਰੁਪਏ ਦੀ ਹੈ, ਤੇ 17 ਰੁਪਏ ਕਿਉਂ ਖਰੀਦੇ? ਇਹ ਰਿਪੋਰਟ ਵੀ ਲਾਗੂ ਹੋਊਗੀ ਔਰ ਨਵਜੋਤ ਸਿੰਘ ਸਿੱਧੂ ਦੇ ਜਿਉਂਦੇ ਜੀ, ਇੰਦਰਬੀਰ ਦੇ ਜਿਉਂਦੇ ਜੀ ਐਤਕੀ ਮਤਾ ਪਊਗਾ ਔਰ ਸਾਰੇ ਪੰਜਾਬ ਦੇ ਸਾਹਮਣੇ ਰਿਪੋਰਟ ਖੋਲ੍ਹਣੀ ਪਊਗੀ।
ਲਿਖ ਲਓ, ਖੇਤੀ ਕਾਨੂੰਨ ਰੱਦ ਹੋਣਗੇ। ਇਹ ਸੋਧਾਂ ਨਾਲ ਕੰਮ ਨਹੀਂ ਚੱਲਣਾ। ਖੇਤੀ ਕਾਨੂੰਨ ਰੱਦ ਹੋਣਗੇ। ਮੈਂ ਤੁਹਾਨੂੰ ਕਹਿ ਰਿਹਾ, ਜਾਂ ਤਾਂ ਤੁਸੀਂ ਕਰਦੇ ਹੋ ਜਾਂ ਐਮਐਲਏ ਕਰਨਗੇ, ਕਿਉਂਕਿ ਜਾਂ ਟਾਂਡਿਆਂ ਵਾਲੀ ਨਹੀਂ ਤੇ ਜਾਂ ਭਾਂਡਿਆਂ ਵਾਲੀ। ਆਪਾਂ ਸੁਣੀ ਸਾਫ਼ ਐਲਾਨ ਨਵਜੋਤ ਸਿੰਘ ਸਿੱਧੂ ਨੇ ਕਰਤਾ ਗਗਨ। ਬਾਕੀ ਇਹ ਮੈਨੂੰ ਇਹ ਲੱਗਦਾ ਕਿ ਇਹ ਇੱਕ ਵੱਡਾ ਸਿਆਸੀ ਦਾਅ ਵੀ ਹੈ ਔਰ ਪੰਜਾਬ ਦੇ ਵਿੱਚ ਰਾਹ ਸਿਧਾਂਤਕ ਤੌਰ ਦੇ ਉੱਤੇ ਅਜਿਹੀ ਸਿਆਸਤ ਦਾ ਖੁੱਲ੍ਹੇਗਾ ਜਿਹਦੇ 'ਚ ਸਾਨੂੰ ਲੀਡਰਾਂ ਨੂੰ ਜਿਹੜੀ ਗੱਲ ਲੀਡਰ ਕਹਿਣਗੇ ਉਹ ਪੂਰੀ ਕਰਨੀ ਪਊਗੀ। ਲੀਡਰ ਜਿਹੜੀ ਗੱਲ ਕਹਿਣਗੇ ਅਗਰ ਉਹ ਗੱਲ ਪੂਰੀ ਨਹੀਂ ਹੁੰਦੀ ਤੇ ਫਿਰ ਸਰਕਾਰਾਂ ਤੇ ਭਰੋਸਾ ਨਹੀਂ ਕਰਨਾ ਲੋਕਾਂ ਨੇ, ਨਾ ਪੋਲੀਟੀਕਲ ਪਾਰਟੀਆਂ ਤੇ ਭਰੋਸਾ ਕਰਨਾ। ਸੋ ਮੈਨੂੰ ਲੱਗਦਾ ਨਵਜੋਤ ਸਿੰਘ ਸਿੱਧੂ ਨੂੰ ਜਲਦ ਤੋਂ ਜਲਦ ਵਿਧਾਇਕ ਦਲ ਦੀ ਬੈਠਕ ਬੁਲਾਉਣ ਦੇ ਸੰਕੇਤ ਮਿਲ ਗਏ ਹਾਈ ਕਮਾਂਡ ਤੋਂ ਕਿਤੇ ਨਾ ਕਿਤੇ ਗਗਨ। ਭਾਵੇਂ ਰਾਹੁਲ ਗਾਂਧੀ ਨੇ, ਭਾਵੇਂ ਪ੍ਰਿੰਕਾ ਗਾਂਧੀ ਤੇ ਸੋਨੀਆ ਗਾਂਧੀ ਨੇ ਖੁੱਲ੍ਹਾ ਇਸ਼ਾਰਾ ਲੱਗਦਾ ਨਵਜੋਤ ਸਿੰਘ ਸਿੱਧੂ ਨੂੰ ਕਰਤਾ ਕਿ ਇਸ ਮਸਲੇ ਤੇ ਤੁਸੀਂ ਵਿਧਾਇਕ ਮਿਲ ਕੇ ਸਲਾਹ ਕਰਕੇ ਅੱਗੇ ਵਧੋ। ਬਾਕੀ ਵੇਖਦੇ ਹਾਂ ਗਗਨ ਹੁਣ ਅੱਗੇ ਹੁੰਦਾ ਕੀ ਆ। ਬੜੀ ਦਿਲਚਸਪ ਮੋੜ ਤੇ ਪੰਜਾਬ ਦੀ ਸਿਆਸਤ ਜਾ ਰਹੀ ਹੈ। ਬਿਲਕੁਲ, ਸੋ ਇਹ ਜ਼ਰੂਰ ਹੈ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਹੁਣ ਵੱਖਰਾ ਕੁਝ ਵੇਖਣ ਨੂੰ ਮਿਲੇਗਾ ਆਉਣ ਵਾਲੇ ਦਿਨਾਂ ਦੇ ਵਿੱਚ। ਡੱਲਾ ਸਾਹਿਬ ਵਧਾਂਗੇ ਕੈਬਨਿਟ ਦੀ ਮੀਟਿੰਗ ਦੇ ਵੱਲ ਵੀ। ਇੱਕ ਪਾਸੇ ਸਿੱਧੂ ਸਾਹਿਬ ਐਲਾਨ ਕਰਕੇ ਕਿ ਜੇਕਰ ਨਾ ਹੋ ਸਕਿਆ ਤਾਂ ਵਿਧਾਇਕ ਰਲ ਕੇ ਅਜਿਹਾ ਕੋਈ ਫੈਸਲਾ ਲੈ ਸਕਦੇ ਨੇ, ਪਰ ਜਿਸ ਤਰ੍ਹਾਂ ਹੁਣ ਕੈਬਨਿਟ ਬੈਠਕ ਸੱਦ ਲਈ ਗਈ ਹੈ, 16 ਅਗਸਤ ਦੀ ਕੈਬਨਿਟ ਬੈਠਕ ਹੋਣ ਜਾ ਰਹੀ ਹੈ, ਕੈਪਟਨ ਅਮਰਿੰਦਰ ਸਿੰਘ ਨੇ ਸੱਦੀ ਹੈ। ਇਸ ਕੈਬਨਿਟ ਬੈਠਕ ਦੇ ਵਿੱਚ ਕਿਹੜੇ-ਕਿਹੜੇ ਮੰਤਰੀ ਮੌਜੂਦ ਹੋਣ ਦੀ ਸੰਭਾਵਨਾ ਹੈ? ਕੀ ਸਾਰੇ ਮੌਜੂਦ ਹੋਣਗੇ ਜਾਂ ਜਿਹੜੇ ਲਗਾਤਾਰ ਨਾਰਾਜ਼ਗੀ ਵਿਖਾ ਰਹੇ ਨੇ, ਬੇਸ਼ੱਕ ਚਰਨਜੀਤ ਚੰਨੀ ਹੋਣ, ਸੁਖਜਿੰਦਰ ਰੰਧਾਵਾ ਹੋਣ, ਇਹ ਵੀ ਕੈਬਨਿਟ ਬੈਠਕ ਦੇ ਵਿੱਚ ਹੋਣਗੇ ਜਾਂ ਨਹੀਂ? ਫਿਰ ਦੇਖੋ, ਮੈਨੂੰ ਇਹ ਲੱਗਦਾ ਕਿ ਇਸ ਵਾਰ 16 ਅਗਸਤ ਨੂੰ ਜਿਹੜੀ ਕੈਬਨਿਟ ਦੀ ਬੈਠਕ ਸੱਦੀ ਗਈ ਹੈ ਉਹਦੇ ਤੇ ਪੂਰੀ ਦੁਨੀਆ ਦੀ ਨਜ਼ਰ ਰਹੇਗੀ। ਦੁਨੀਆ ਮਤਲਬ ਪੂਰੀ ਦੁਨੀਆ ਦੇ ਪੰਜਾਬੀਆਂ ਦੀ ਨਜ਼ਰ ਰਹੇਗੀ, ਹਾਈ ਕਮਾਂਡ ਦੀ ਵੀ ਨਜ਼ਰ ਰਹੇਗੀ। ਔਰ ਮੇਰੇ ਕੋਲੇ ਇੱਥੋਂ ਤੱਕ ਖਬਰਾਂ ਆਈਆਂ ਨੇ ਗਗਨ ਕਿ ਅੱਜ ਜਾਂ ਕੱਲ੍ਹ ਪੰਜਾਬ ਦੇ ਮੰਤਰੀਆਂ ਦਾ ਇੱਕ ਡੈਪੂਟੇਸ਼ਨ ਹਾਈ ਕਮਾਂਡ ਦੇ ਨਾਲ ਗੁਪਤ ਮੀਟਿੰਗ ਕਰਨ ਜਾ ਸਕਦਾ ਹੈ। ਹੋ ਸਕਦਾ ਉਹ ਦਿੱਲੀ ਪਹੁੰਚ ਗਿਆ ਹੋਵੇ ਅੱਜ ਜਾਂ ਕੱਲ੍ਹ 'ਚ। ਅਗਰ ਉਹ ਅੱਜ ਪਹੁੰਚਦੇ ਨੇ ਗੱਲ ਵੱਖਰੀ ਹੈ। ਇੱਕ ਗੁਪਤ ਡੈਲੀਗੇਸ਼ਨ ਕੁਝ ਮੰਤਰੀਆਂ ਦਾ ਹਾਈ ਕਮਾਂਡ ਨਾਲ ਮੀਟਿੰਗ ਕਰਨ ਜਾ ਸਕਦਾ, ਅਚਨਚੇਤ ਮੀਟਿੰਗ, ਗੁਪਤ ਮੀਟਿੰਗ ਲਈ ਜਾ ਸਕਦਾ। ਇਹ ਮੇਰੇ ਕੋਲੇ ਸੂਤਰਾਂ ਦੇ ਹਵਾਲੇ ਨਾਲ ਖਬਰਾਂ ਨੇ। ਹੁਣ ਉਹ ਪਤਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵੀ ਕੀ ਉਹ ਗਏ ਨੇ ਜਾਂ ਜਾਣਗੇ ਕੱਲ੍ਹ, ਜਾਂ ਨਹੀਂ ਜਾਣ ਦਾ ਉਹਨਾਂ ਦਾ ਕੋਈ ਪ੍ਰੋਗਰਾਮ ਸੀ। ਹੁਣ ਇਹ ਵੀ ਆਪਣੇ ਆਪ 'ਚ ਵੱਡਾ ਸਵਾਲ ਹੈ। ਇਹਦਾ ਮਤਲਬ ਇਹ ਹੈ ਕਿ ਕੈਪਟਨ ਅਮਰਿੰਦਰ ਜਿਹੜੀ ਮੀਟਿੰਗ ਕਰਕੇ ਆਏ ਨੇ ਉਹ ਪ੍ਰੋਗਰਾਮ ਵੀ ਗੁਪਤ ਸੀ। ਜਿਸ ਦਿਨ ਕੈਪਟਨ ਅਮਰਿੰਦਰ ਨੇ ਜਾਣਾ ਸੀ ਇੱਕ ਦਿਨ ਪਹਿਲਾਂ ਹੀ ਗੱਲ ਮੀਡੀਆ 'ਚ ਆਈ ਵੀ ਕੈਪਟਨ ਅਮਰਿੰਦਰ ਜਾ ਰਹੇ ਨੇ। ਹੁਣ 16 ਤਰੀਕ ਦੀ ਮੀਟਿੰਗ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਸਾਰੇ ਮੰਤਰੀ ਪਹੁੰਚਣਗੇ। ਜਿਹੋ ਜਿਹੇ ਮਤਭੇਦ ਬਣੇ ਹੋਏ ਨੇ ਗਗਨ ਮੰਤਰੀਆਂ ਦੇ ਔਰ ਕੈਬਨਿਟ ਦੇ, ਸਰਕਾਰ ਦੇ ਵਿੱਚ ਕਈ ਮੰਤਰੀ ਨੇ ਉਹ ਸ਼ਰੇਆਮ ਕਹਿ ਰਹੇ ਨੇ ਕਿ 18 ਸੂਤਰੀ ਏਜੰਡਾ ਲਾਗੂ ਹੋਣਾ ਚਾਹੀਦਾ। ਤੇ ਹੁਣ ਲਾਗੂ ਕਰਨਾ ਵੀ ਕਦੋਂ ਹੈ ਗਗਨ? ਮੈਂ ਮਨਪ੍ਰੀਤ ਬਾਦਲ ਤੋਂ ਵੀ ਹੈਰਾਨ ਹਾਂ। ਮਨਪ੍ਰੀਤ ਬਾਦਲ ਨੂੰ ਜਦੋਂ ਸਵਾਲ ਪੁੱਛਦੇ ਸੀ ਨਾ ਜੀ ਕਿ ਸਮੁੱਚੀ ਕਿਸਾਨੀ ਦਾ ਕਰਜ਼ਾ ਕਦੋਂ ਮਾਫ ਹੋਊਗਾ, ਮਨਪ੍ਰੀਤ ਬਾਦਲ ਕਹਿੰਦੇ ਸੀ ਇਹ 5 ਸਾਲਾਂ ਲਈ ਵਾਅਦੇ ਹੈ ਵੀ 5 ਸਾਲ ਪੂਰੇ ਹੋਣ ਤੱਕ ਅਸੀਂ ਸਾਰੀ ਕਿਸਾਨੀ ਦਾ ਕਰਜ਼ਾ ਮਾਫ ਕਰ ਦਿਆਂਗੇ। ਮਨਪ੍ਰੀਤ ਬਾਦਲ ਨੂੰ ਅਜਿਹਾ ਵਿੱਤ ਮੰਤਰੀ ਪ੍ਰੋਜੈਕਟ ਕੀਤਾ ਗਿਆ ਸੀ ਵੀ ਮਨਪ੍ਰੀਤ ਬਾਦਲ ਵਰਗਾ ਤਾਂ ਪੰਜਾਬ 'ਚ ਵਿੱਤ ਮੰਤਰੀ ਨਹੀਂ ਮਿਲਿਆ। ਕਿੱਥੇ ਗਿਆ ਕਿਸਾਨ ਕਰਜ਼ਾ ਮਾਫੀ? ਔਰ ਮਨਪ੍ਰੀਤ ਬਾਦਲ ਵੀ ਅੱਜ ਕੱਲ੍ਹ ਸੁਰਖੀਆਂ 'ਚ ਘੱਟ ਆਉਂਦੇ ਨੇ। ਸੋ ਗੱਲ ਇਹ ਹੈ ਵੀ ਜਦੋਂ ਲੋਕਾਂ 'ਚ ਹੁਣ ਵੇਲਾ ਹੈ, ਮਨਪ੍ਰੀਤ ਬਾਦਲ ਸਾਹਿਬ ਦੱਸੋ ਲੋਕਾਂ ਨੂੰ ਆ ਕੇ ਵੀ ਤੁਸੀਂ ਵਾਈਟ ਪੇਪਰ ਕਿਉਂ ਨਹੀਂ ਜਾਰੀ ਕੀਤਾ? ਤੁਸੀਂ ਦੱਸੋ ਲੋਕਾਂ ਨੂੰ ਆ ਕੇ ਵੀ ਪਾਵਰ ਪਰਚੇਜ਼ ਐਗਰੀਮੈਂਟ ਤੁਸੀਂ ਕਿਉਂ ਨਹੀਂ ਰੱਦ ਕਰ ਸਕੇ? ਤੁਸੀਂ ਦੱਸੋ ਲੋਕਾਂ ਨੂੰ ਆ ਕੇ ਵੀ ਤੁਸੀਂ ਸਮੁੱਚੀ ਕਿਸਾਨੀ ਦਾ ਕਰਜ਼ਾ ਕਿਉਂ ਨਹੀਂ ਮਾਫ ਕਰ ਸਕੇ? ਲੋਕਾਂ ਨੇ ਵਿਆਜ ਚੜ੍ਹਾ ਲਏ, ਕਰਜ਼ੇ ਨਹੀਂ ਮੋੜੇ। ਆਖੇ ਕਾਂਗਰਸ ਵਾਲੇ ਕਹਿੰਦੇ ਸੀ ਵੀ ਫਾਰਮ ਭਰਤੇ ਵੀ ਕਰਜ਼ਾ ਦੇਣ ਦੀ ਲੋੜ ਨਹੀਂ। ਇਹ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਕਿ ਲੋਕਾਂ ਨੂੰ ਪਾਰਟੀ ਕਹਿੰਦੀ ਹੋਵੇ ਕੋਈ ਵੀ ਤੁਸੀਂ ਕਰਜ਼ੇ ਨਾ ਮੋੜਿਓ, ਅਸੀਂ ਦੇਵਾਂਗੇ ਆ ਕੇ, ਤੇ ਬਾਅਦ 'ਚ ਪੱਲਾ ਚੱਕ ਗਏ ਬੋਰੀ ਵਾਲਾ। ਐਦਾਂ ਸਿਆਸਤ ਹੁਣ ਚੱਲਣੀ ਨਹੀਂ ਗਗਨ। ਵਕਤ ਬਦਲ ਗਿਆ, ਲੋਕ ਸਿਆਣੇ ਹੋ ਗਏ। ਪੋਲੀਟੀਕਲ ਲੋਕ ਕਨਫਿਊਜ਼ ਐਂਡ ਰੂਲ ਹੁਣ ਨਹੀਂ ਕਰ ਸਕਦੇ। ਹੁਣ ਤਾਂ ਡਿਲੀਵਰ ਐਂਡ ਰੂਲ ਹੋਣਾ ਹੈ। ਭਾਵੇਂ ਆਪ ਹੈ, ਭਾਵੇਂ ਬੀਜੇਪੀ ਹੈ, ਭਾਵੇਂ ਅਕਾਲੀ ਹੈ ਤੇ ਭਾਵੇਂ ਕਾਂਗਰਸ ਹੈ। ਡਿਲੀਵਰ ਐਂਡ ਰੂਲ ਹੋਣਾ। ਡਿਲੀਵਰ ਕਰੋਗੇ ਤਾਂ ਰੂਲ ਮਿਲੂਗਾ। ਸੋ 16 ਦੀ ਕੈਬਨਿਟ ਮੀਟਿੰਗ 'ਚ ਗਗਨ ਮੈਨੂੰ ਤਾਂ ਨਹੀਂ ਲੱਗਦਾ ਵੀ ਸਾਰੇ ਮੰਤਰੀ ਪੁੱਜਣਗੇ ਜੋ ਹਾਲਾਤ ਬਣੇ ਹੋਏ ਨੇ ਕਾਂਗਰਸ ਦੇ ਅੰਦਰ। ਔਰ ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀ ਜਦੋਂ ਸਿੱਧੂ ਪ੍ਰਧਾਨ ਬਣਿਆ ਸੀ 18 ਜੁਲਾਈ ਨੂੰ ਕਿ ਇਹ 1.5-2 ਮਹੀਨਿਆਂ ਦੇ ਵਿੱਚ ਕਾਂਗਰਸ ਦੇ ਵਿੱਚ ਵੱਡੇ ਬਦਲਾਅ ਦੇ ਸੰਕੇਤ ਹੈ। ਮੈਂ ਕਈ ਪ੍ਰੋਗਰਾਮਾਂ 'ਚ ਆਪਣੇ ਜ਼ਿਕਰ ਕਰਦਾ, ਕਾਂਗਰਸ 'ਚ ਵੱਡੇ ਬਦਲਾਅ ਦੇ ਸੰਕੇਤ ਨੇ ਗਗਨ। ਉਹ ਬਦਲਾਅ ਦੂਰ ਨਹੀਂ ਹੈ, ਉਹ ਬਦਲਾਅ ਮੈਨੂੰ ਦਿਖ ਰਿਹਾ 1.5-2 ਮਹੀਨਿਆਂ ਦਾ, ਬਲਕਿ ਉਸ ਤੋਂ ਵੀ ਪਹਿਲਾਂ ਦਾ ਮੈਨੂੰ ਦਿਖ ਰਿਹਾ ਉਹ ਬਦਲਾਅ।
ਉਹ ਬਦਲਾਅ ਨਿਸ਼ਚਿਤ ਹੈ। ਬਸ ਰੱਬ ਨੇ ਸਾਨੂੰ ਦਿਨ ਦਿਖਾਉਣਾ ਵੀ ਉਹ ਕਿਹੜਾ ਦਿਨ ਹੈ ਬਦਲਾਅ ਵਾਲਾ। ਇਹ ਬਦਲਾਅ ਕਿਸ ਰੂਪ 'ਚ ਹੋਣਾ ਹੈ, ਜਾਂ ਸਹਿਮਤੀ ਨਾਲ ਹੋਊਗਾ ਜਾਂ ਘਟਨਾਕ੍ਰਮ ਦੇ ਰੂਪ 'ਚ ਹੋਊਗਾ। ਆਪਾਂ ਕਾਂਗਰਸ ਟੁੱਟਦੀ ਤਾਂ ਕਈ ਵਾਰ ਦੇਖੀ ਹੈ, ਪਰ ਕਾਂਗਰਸ ਸਖਤ ਫੈਸਲੇ ਲੈਂਦੀ ਆਪਾਂ ਸ਼ਾਇਦ ਪਹਿਲੀ ਵਾਰੀ ਦੇਖੀ। ਹੁਣ ਮੈਨੂੰ ਇਹ ਲੱਗਦਾ ਵੀ ਕਿਤੇ ਵਿਧਾਇਕ ਇੱਕ ਪਾਸੇ ਇਕੱਠੇ ਹੋ ਕੇ ਆਪ ਮੁਹਾਰੇ ਫੈਸਲੇ ਨਾ ਕਰਨ ਲੱਗ ਜਾਣ ਪੰਜਾਬ 'ਚ। ਉਹ ਸਥਿਤੀਆਂ ਵੱਲ ਨੂੰ ਮੈਨੂੰ ਪੰਜਾਬ 'ਚ ਕਾਂਗਰਸ ਜਾਂਦੀ ਦਿਖਦੀ ਹੈ। ਸੋ ਕੈਪਟਨ ਅਮਰਿੰਦਰ ਲਈ ਬੜਾ ਚੁਣੌਤੀ ਵਾਲਾ ਸਮਾਂ ਹੈ। ਦੇਖੋ, ਬੱਬਰ ਸ਼ੇਰ ਨੇ ਸਿਆਸਤ ਦੇ ਕੈਪਟਨ ਅਮਰਿੰਦਰ, ਪ੍ਰਕਾਸ਼ ਸਿੰਘ ਬਾਦਲ ਵੀ ਬਾਬਾ ਬੋੜ ਨੇ ਪੰਜਾਬ ਦੀ ਸਿਆਸਤ ਦੇ, ਪਰ ਹਰ ਚੀਜ਼ ਦਾ ਵਕਤ ਹੁੰਦਾ ਹੈ। ਕੈਪਟਨ ਅਮਰਿੰਦਰ ਸਿੰਘ ਅਗਰ ਇਹ 18 ਸੂਤਰੀ ਏਜੰਡੇ ਦੇ ਵਿੱਚ ਵੱਡੀਆਂ ਵੱਡੀਆਂ ਗੱਲਾਂ ਲਾਗੂ ਕਰ ਦੇਣ, ਕੈਪਟਨ ਅਮਰਿੰਦਰ ਸਿੰਘ ਦੀ ਬੱਲੇ ਬੱਲੇ ਹੈ। ਔਰ ਦੂਸਰੀ ਗੱਲ, ਇਹ ਜਿਹੜੇ ਵਾਅਦੇ ਨੇ ਇਹ ਕੀਤੇ ਵੀ ਕੈਪਟਨ ਅਮਰਿੰਦਰ ਨੇ ਆ। ਦੇਖੋ, ਸਭ ਤੋਂ ਵੱਡੀ ਗੱਲ ਤਾਂ ਇਹ ਹੈ, ਅਗਰ ਕੈਪਟਨ ਅਮਰਿੰਦਰ ਨੇ ਇਹ ਵਾਅਦੇ ਨਾ ਕੀਤੇ ਹੁੰਦੇ, ਗੱਲ ਸਮਝ ਆਉਂਦੀ ਸੀ। ਕੈਪਟਨ ਅਮਰਿੰਦਰ ਕਹਿ ਸਕਦੇ ਸੀ ਕਿ ਉਸ ਲੀਡਰ ਨੇ ਗਲਤ ਕਹਿਤਾ, ਉਸ ਲੀਡਰ ਨੂੰ ਪਤਾ ਨਹੀਂ ਸੀ, ਉਸ ਲੀਡਰ ਤੋਂ ਅਸੀਂ ਮੰਗ ਕਰਾਂਗੇ ਵੀ ਹੁਣ ਦੱਸ। ਪਰ ਇਹ ਕੀਤੇ ਹੀ ਕੈਪਟਨ ਅਮਰਿੰਦਰ ਉਹਨਾਂ ਨੇ। ਮੁੱਖ ਮੰਤਰੀ ਕਾਂਗਰਸ ਪਾਰਟੀ ਨੇ ਕੀਤੇ ਆ, ਚਿਹਰਾ ਕੈਪਟਨ ਅਮਰਿੰਦਰ ਸਿੰਘ ਸੀ। ਇਸ ਕਰਕੇ ਗਗਨ, ਇਹ ਕੈਪਟਨ ਅਮਰਿੰਦਰ ਸਿੰਘ ਲਈ ਬੜੀ ਚੁਣੌਤੀ ਆ। ਹੁਣ ਵੇਖਦੇ ਹਾਂ ਕਿ ਕੈਪਟਨ ਅਮਰਿੰਦਰ 80 ਦੀ ਉਮਰ 'ਚ ਇਸ ਚੁਣੌਤੀ ਨਾਲ ਕਿਵੇਂ ਨਜਿੱਠਦੇ ਨੇ। ਬਿਲਕੁਲ, ਸੋ ਇਹ ਜ਼ਰੂਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਅੱਗੇ ਚੁਣੌਤੀਆਂ ਜ਼ਰੂਰ ਨੇ, ਪਰ ਨਜਿੱਠਣਾ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਿਤੇ ਨਾ ਕਿਤੇ ਸਾਰੀਆਂ ਚੁਣੌਤੀਆਂ ਦੇ ਨਾਲ ਆਉਂਦਾ। ਬਹੁਤ ਪੁਰਾਣੇ ਸਿਆਸਤਦਾਨ ਨੇ, ਪਰ ਮੈਂ ਜਿਵੇਂ ਅੱਗੇ ਵੀ ਤੁਹਾਨੂੰ ਕਿਹਾ ਗਗਨ, ਹਰ ਚੀਜ਼ ਦਾ ਵਕਤ ਹੁੰਦਾ। ਸਦਾ ਬਹਾਰ ਕੋਈ ਨਹੀਂ ਹੁੰਦਾ ਇਸ ਦੁਨੀਆ 'ਚ। ਬਿਲਕੁਲ, ਸੋ ਇਹ ਜ਼ਰੂਰ ਹੈ ਕਿ ਸਮੇਂ ਤੇ ਦੌਰ ਦਾ ਜ਼ਿਕਰ ਹਰ ਜਗ੍ਹਾ ਤੇ ਹੁੰਦਾ ਹੈ। ਸੋ ਸਮਾਂ ਤੇ ਦੌਰ ਬਦਲ ਸਕਦਾ ਹੈ। ਸੋ ਡੱਲਾ ਸਾਹਿਬ, ਹੁਣ ਅੱਗੇ ਵਧਾਂਗੇ ਮੰਡੀਆਂ ਦੇ ਵਿੱਚ ਜਿਹੜੀਆਂ ਅਨਾਜ ਮੰਡੀਆਂ ਨੇ, ਕਥਿਤ ਤੌਰ ਦੇ ਉੱਤੇ ਘੁਟਾਲਿਆਂ ਦਾ ਜ਼ਿਕਰ ਹੋਣ ਲੱਗਿਆ ਹੈ ਕਿ ਉੱਥੇ ਢੋਆ ਢਵਾਈ ਨੂੰ ਲੈ ਕੇ ਜਿਹੜੇ ਟੈਂਡਰ ਨਿਕਲਦੇ ਸੀ, ਉਹ ਟੈਂਡਰ ਸਰਕਾਰ ਦੇ ਵੱਲੋਂ ਬਹੁਤ ਵੱਡੇ ਪੱਧਰ ਦੇ ਉੱਤੇ ਦੁੱਗਣਾ ਤਿੱਗਣਾ ਰੁਪਈਆ ਦੇ ਕੇ ਪਾਸ ਕੀਤੇ ਗਏ, ਤੇ ਇਹਨਾਂ ਟੈਂਡਰਾਂ ਦੇ ਉੱਤੇ ਹੁਣ ਸਿਆਸਤ ਵੀ ਹੋਏਗੀ। ਇਹਨਾਂ ਟੈਂਡਰਾਂ ਦੇ ਉੱਤੇ ਘੁਟਾਲੇ ਦਾ ਵੀ ਜ਼ਿਕਰ ਆ ਰਿਹਾ ਹੈ। ਕਿੱਦਾਂ ਵੇਖ ਰਹੇ ਹੋ ਇਸ ਸਾਰੇ ਘੁਟਾਲੇ ਨੂੰ? ਗਗਨ, ਪੰਜਾਬ ਦੀਆਂ ਅਨਾਜ ਮੰਡੀਆਂ ਦੇ ਵਿੱਚ ਟੈਂਡਰਾਂ ਦੇ ਉੱਤੇ ਸਵਾਲ ਉੱਠ ਰਹੇ ਨੇ। ਇਸ ਵਾਰ ਵੀ ਟੈਂਡਰ ਨਹੀਂ ਹੋਏ, ਕਹਿੰਦੇ ਪਿਛਲੇ ਟੈਂਡਰਾਂ ਤੇ ਹੀ ਇਸ਼ਾਰਾ ਹੋ ਗਿਆ ਵੀ ਕੰਮ ਕਰੋ, ਹੋ ਸਕਦਾ ਆਉਂਦੇ ਦਿਨਾਂ 'ਚ ਹੋਣ। ਕਹਿੰਦੇ ਹਵਾਲਾ ਦਿੱਤਾ ਗਿਆ ਵੀ ਕੋਵਿਡ ਹੈ, ਸਕੂਲ ਖੁੱਲ੍ਹ ਗਏ, ਠੇਕੇ ਖੁੱਲ੍ਹ ਗਏ, ਅਹਾਤੇ ਖੁੱਲ੍ਹ ਗਏ। FCI ਟੈਂਡਰ ਕਰ ਰਹੀ ਹੈ, ਪੰਜਾਬ ਸਰਕਾਰ ਟੈਂਡਰ ਕਿਉਂ ਨਹੀਂ ਕਰ ਸਕਦੀ? ਔਰ ਸਵਾਲ ਬਹੁਤ ਵੱਡੇ ਵੱਡੇ ਖੜੇ ਹੋ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਅੱਗੇ, ਨਵਜੋਤ ਸਿੰਘ ਸਿੱਧੂ ਅੱਗੇ ਵੀ ਇਹ ਬਹੁਤ ਵੱਡਾ ਸਵਾਲ ਹੈ। ਹੁਣ ਅੱਜ ਦੇ ਸਮੇਂ 'ਚ ਇਕੱਲਾ STF, PPA ਸਮਝੌਤੇ, ਬਰਗਾੜੀ ਦੇ ਮਸਲੇ, ਕੋਟਕਪੂਰਾ ਦਾ ਮਸਲਾ, 3 ਖੇਤੀ ਕਾਨੂੰਨਾਂ ਦਾ ਮਸਲਾ ਨਹੀਂ ਇਕੱਲਾ, ਰੇਤ ਤੇ ਸ਼ਰਾਬ ਮਾਫੀਆ ਨਹੀਂ ਇਕੱਲਾ, ਅਨਾਜ ਮੰਡੀ ਮਾਫੀਆ ਵੀ ਬਹੁਤ ਵੱਡਾ ਮਸਲਾ ਹੈ। ਇਹਦੀ ਜਾਂਚ ਹੋਣੀ ਚਾਹੀਦੀ ਹੈ। ਇਹ ਮਾਫੀਆ ਸ਼ਬਦ ਤਾਂ ਮੈਂ ਵਰਤਣ ਲਈ ਮਜਬੂਰ ਹਾਂ। ਦੇਖੋ ਤੁਸੀਂ, ਨਿਕਲਿਆ ਨਾ ਗੋਦਾਮ 'ਚ ਕਣਕ ਸਾਡੇ ਖੂਨ ਪਸੀਨੇ ਦੀ, ਕਿਸਾਨਾਂ ਦੀ ਕਹਿੰਦੇ ਗਾਇਬ ਹੋ ਗਈ। ਹੁਣ ਪਰਚਾ ਦਿੱਤਾ ਉਸ ਅਫਸਰ ਤੇ। ਅਨਾਜ ਮੰਡੀ ਮਾਫੀਆ ਵੜ ਗਿਆ ਪੰਜਾਬ ਦੇ ਵਿੱਚ। ਔਰ 17-18 ਦੇ ਵਿੱਚ ਜਿਹੜੀਆਂ ਮੰਡੀਆਂ 'ਚ ਟੈਂਡਰ ਪ੍ਰਕਿਰਿਆ ਤੋਂ ਠੇਕੇਦਾਰ ਖੁਸ਼ ਸੀ, ਜਿਹੜੇ ਆਮ ਸਧਾਰਨ ਲੋਕ ਆ, ਅਸੀਂ ਠੇਕੇਦਾਰ ਕਹਿ ਦਿੰਦੇ ਹਾਂ, ਜਿਹੜੇ ਠੇਕਾ ਲੈ ਕੇ ਸਰਕਾਰ ਦਾ ਕੰਮ ਕਰਦੇ ਨੇ। 19-20 ਦੇ ਵਿੱਚ ਬਹੁਤ ਵੱਡੀ ਟਰਨਓਵਰ ਵਾਲੇ ਜਿਹੜੇ ਲੋਕ ਨੇ, ਸਿਰਫ ਉਹਨਾਂ ਨੂੰ ਟੈਂਡਰ ਦਿੱਤਾ ਗਿਆ ਕਿ ਸਧਾਰਨ ਲੋਕਾਂ ਨੂੰ ਅਚਾਨਕ ਟੈਂਡਰ ਪ੍ਰਕਿਰਿਆ ਦੇ ਵਿੱਚੋਂ ਕਿਸੇ ਸਾਜ਼ਿਸ਼ ਤਹਿਤ ਦੂਰ ਕਰ ਦਿੱਤਾ ਗਿਆ। ਕਈਆਂ ਦੇ ਤਕਨੀਕੀ ਨੁਕਸ ਕੱਢ ਕੇ ਕਹਿੰਦੇ ਉਹਨਾਂ ਦੇ ਟੈਂਡਰ ਰੱਦ ਕਰਤੇ। ਇਹ ਇੱਕ ਬਹੁਤ ਵੱਡੀ ਜਾਂਚ ਮੰਗਦੀ ਹੈ ਕਿ ਜਿਨ੍ਹਾਂ ਲੋਕਾਂ ਨੂੰ ਟੈਂਡਰ ਮਿਲੇ ਨੇ, ਉਹਨਾਂ ਦਾ ਮੰਤਰੀਆਂ ਨਾਲ ਤੇ ਵਿਧਾਇਕਾਂ ਨਾਲ ਕਿਹੋ ਜਿਹਾ ਸੰਬੰਧ ਹੈ। ਉਹਨਾਂ ਦੀਆਂ ਕੱਢੋ ਪਿਛਲੇ 2-2 ਸਾਲਾਂ ਦੀਆਂ ਟੈਲੀਫੋਨ ਦੀਆਂ ਰਿਪੋਰਟਾਂ। ਇਹ ਬਹੁਤ ਵੱਡਾ ਘੁਟਾਲੇ ਦਾ ਸੰਕੇਤ ਮਿਲ ਰਿਹਾ ਗਗਨ ਕਿ ਪੰਜਾਬ ਦੇ ਵਿੱਚ ਲੀਡਰਾਂ ਨੇ, ਪੋਲੀਟੀਕਲ ਲੀਡਰਾਂ ਨੇ ਹੁਣ ਅਨਾਜ ਮੰਡੀਆਂ ਦੇ ਵਿੱਚ ਵੀ ਅਸਿੱਧੇ ਰੂਪ 'ਚ ਆਪਣਾ ਕੰਟਰੋਲ ਬਣਾ ਲਿਆ। MLA ਬਿਨਾਂ, ਹਲਕਾ ਇੰਚਾਰਜ ਬਿਨਾਂ, ਵੱਡੇ ਲੀਡਰਾਂ ਦੀ ਮਰਜ਼ੀ ਬਿਨਾਂ ਅਨਾਜ ਮੰਡੀ ਦਾ ਠੇਕਾ ਨਹੀਂ ਹੁਣ ਮਿਲਦਾ। ਠੇਕੇਦਾਰਾਂ ਨੂੰ ਪਤਾ ਲੱਗਿਆ। ਕਰੋ ਇਹਦੀ ਜਾਂਚ। ਵੱਡੇ ਅਫਸਰ ਨੇ ਜਿਹੜੇ ਕਹਿੰਦੇ, ਉਹ ਵੀ ਨਾਲ ਮਿਲੇ ਹੋ ਸਕਦੇ ਨੇ। ਚਲੋ, ਵੱਡੇ ਅਫਸਰਾਂ ਦੀ ਮਜਬੂਰੀ ਹੋ ਸਕਦੀ ਹੈ, ਜਿਵੇਂ ਸਰਕਾਰ ਦੇ ਵੱਡੇ ਰਸੂਖਦਾਰ ਲੀਡਰ ਉਹਨਾਂ 'ਤੇ ਦਬਾਅ ਪਾਉਂਦੇ ਨੇ, ਅਫਸਰ ਕਈ ਵਾਰੀ ਝੁਕ ਜਾਂਦੇ ਨੇ। ਪਰ ਫਿਰ ਵੀ ਕਈ ਤਾਕਤਵਰ ਅਫਸਰ ਨੇ, ਉਹਨਾਂ ਦੀਆਂ ਵੀ ਜਿਹੜੀਆਂ ਪ੍ਰਾਪਰਟੀਆਂ ਦੀ ਜਾਂਚ ਹੋ ਜਾਣੀ ਚਾਹੀਦੀ ਇੱਕ ਵਾਰੀ। ਵੱਡੇ ਅਫਸਰ ਨੇ ਜਿਹੜੇ, ਉਹਨਾਂ 'ਤੇ ਵੀ ਸਵਾਲ ਖੜੇ ਹੁੰਦੇ ਨੇ ਗਗਨ। ਬਹੁਤ ਵੱਡਾ ਹਜ਼ਾਰਾਂ ਕਰੋੜ ਰੁਪਏ ਦਾ ਅਨਾਜ ਮੰਡੀਆਂ ਦਾ ਕਾਰੋਬਾਰ ਹੈ ਪੰਜਾਬ ਦੇ ਵਿੱਚ। ਔਰ ਮੈਂ ਦਿੱਲੀ ਤੱਕ ਵੱਖ ਸੂਤਰਾਂ ਦੇ ਨਾਲ ਸੰਪਰਕ 'ਚ ਹਾਂ। ਕਹਿੰਦੇ ਨਰਿੰਦਰ ਮੋਦੀ ਉਹਨਾਂ ਨੇ ਜਿਹੜਾ ਫੈਸਲਾ ਕੀਤਾ ਕਿ ਪੰਜਾਬ ਦੇ ਵਿੱਚ ਹਰ ਕਿਸਾਨ ਨੂੰ ਜਿਹਨੂੰ ਸਿੱਧੀ ਅਦਾਇਗੀ ਕਰਨੀ ਹੈ,
ਉਹਦੀ ਸਿੱਧੀ ਅਦਾਇਗੀ ਦੇ ਨਾਲ ਉਹਦਾ ਲੈਂਡ ਰਿਕਾਰਡ ਜੋੜਨਾ ਹੈ। ਲੈਂਡ ਰਿਕਾਰਡ ਕਿਉਂ ਜੋੜਨ ਦੀ ਮੰਗ ਹੋਈ? ਅੱਗੇ ਅਸੀਂ ਵੀ, ਸਾਡੇ ਪੰਜਾਬ ਦੇ ਮੰਤਰੀ ਬੜਾ ਵਿਰੋਧ ਕਰਦੇ ਸੀ ਕਿ ਲੈਂਡ ਰਿਕਾਰਡ ਨਹੀਂ ਜੋੜਨਾ ਚਾਹੀਦਾ ਜੀ, ਆੜਤੀਆਂ ਦੇ ਜ਼ਰੀਏ ਖਰੀਦ ਹੋਣੀ ਚਾਹੀਦੀ ਹੈ, ਹੋਵੇ। ਕਹਿੰਦੇ ਸੀ ਸਿੱਧਾ ਕਿਸਾਨਾਂ ਨੂੰ ਪੈਸਾ ਨਾ ਆਵੇ। ਹੁਣ ਇੱਕ ਇਹਦੇ ਵਿੱਚ ਵੀ ਇੱਕ ਘੁਟਾਲੇ ਦਾ ਖਦਸ਼ਾ ਹੈ। ਆ ਗਈਆਂ ਸੀ ਖਬਰਾਂ, ਯੂਪੀ ਬਿਹਾਰ ਚੋਂ ਸਸਤੀ ਜੀਰੀ ਆਈ, ਝੋਨਾ ਆਇਆ ਪੰਜਾਬ 'ਚ। ਯੂਪੀ ਬਿਹਾਰ ਤੋਂ ਸਸਤਾ ਝੋਨਾ ਪੰਜਾਬ ਆਉਂਦਾ ਹੈ। ਉਹ ਸਸਤਾ ਝੋਨਾ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਸਰਕਾਰੀ ਏਜੰਸੀਆਂ ਨੂੰ ਵੇਚ ਦਿੱਤਾ ਜਾਂਦਾ ਹੈ। ਜਿਹੜੇ ਸਸਤੇ ਝੋਨੇ ਦੀ ਆਮਦ ਹੈ ਉਹਦੇ ਪਿੱਛੇ ਵੀ ਕਹਿੰਦੇ ਲੀਡਰ ਤੇ ਰਸੂਖਦਾਰ ਲੋਕ ਨੇ। ਆਮ ਲੋਕ ਦੀ ਕਿੱਥੇ ਹਿੰਮਤ ਹੈ ਜੀ, ਉਹ ਦੂਸਰੇ ਯੂਪੀ ਬਿਹਾਰ ਚੋਂ ਝੋਨਾ ਲਿਆਵੇ ਸਸਤਾ। ਕਈ ਸੈਲਰਾਂ ਵਾਲੇ ਵੀ ਨਾਲ ਹੋਣਗੇ ਇਹਦੇ 'ਚ, ਮੈਨੂੰ ਕਹਿਣ 'ਚ ਕੋਈ ਹਰਜ ਨਹੀਂ। ਹਰ ਦੁੱਧ ਸ਼ੁੱਧ ਨਹੀਂ ਹੁੰਦਾ। ਹੁਣ ਕਹਿੰਦੇ ਉਹ ਯੂਪੀ ਬਿਹਾਰ ਚੋਂ ਜੀਰੀ ਝੋਨਾ ਲਿਆਉਂਦੇ ਤੇ ਪੰਜਾਬ ਦੀਆਂ ਮੰਡੀਆਂ 'ਚ ਉਹੀ ਸਸਤਾ ਝੋਨਾ ਖਰੀਦਿਆ ਹੋਇਆ 800-900 ਰੁਪਏ ਕੁਇੰਟਲ, ਗਗਨ 1000 ਰੁਪਏ ਕੁਇੰਟਲ, ਉਹ MSP ਤੇ ਵੇਚਿਆ ਜਾਂਦਾ ਪੰਜਾਬ 'ਚ। ਇੱਕ ਤਾਂ ਉੱਥੋਂ ਯੂਪੀ ਬਿਹਾਰ 'ਚੋਂ ਸਸਤਾ ਝੋਨਾ ਪੰਜਾਬ ਲਿਆ ਕੇ ਵੇਚਿਆ ਜਾਂਦਾ, ਫਿਰ ਜਦੋਂ ਮੰਡੀ 'ਚ ਸਰਕਾਰ ਨੂੰ ਵੇਚਿਆ ਜਾਂਦਾ ਹੈ ਉਹਦੇ ਪਿੱਛੇ ਨਾਮ ਲਿਖ ਦਿੱਤਾ ਜਾਂਦਾ। ਮੰਨ ਲਓ A ਸਿੰਘ, B ਸਿੰਘ, D ਸਿੰਘ, ਇਹਨਾਂ ਦੇ ਨਾਂ 'ਤੇ ਉਹ ਝੋਨਾ ਵਿਕ ਜਾਂਦਾ ਤੇ ਉਹ ਜਿਹੜਾ ਪੈਸਾ ਹੁੰਦਾ ਹੈ, ਕਿਉਂਕਿ ਉਹ ਟੈਕਸ ਫਰੀ ਹੈ, ਉਹ ਪੱਕੇ ਦਾ ਪੈਸਾ ਬਣ ਗਿਆ। A ਸਿੰਘ ਆਪਣੇ ਖਾਤੇ ਜਮ੍ਹਾਂ ਕਰਾ ਲੈਂਦਾ ਵੀ ਮੈਂ ਤਾਂ ਝੋਨਾ ਵੇਚਿਆ ਜੀ। ਹੁਣ A ਸਿੰਘ ਨੂੰ ਆਪਣਾ ਲੈਂਡ ਰਿਕਾਰਡ ਲਾਉਣਾ ਪਊ, B ਸਿੰਘ ਨੂੰ ਆਪਣਾ ਲੈਂਡ ਰਿਕਾਰਡ ਲਾਉਣਾ ਪਊ, D ਸਿੰਘ ਨੂੰ ਆਪਣਾ ਲੈਂਡ ਰਿਕਾਰਡ ਲਾਉਣਾ ਪਊ, ਤਾਂ ਕਿ ਸਰਕਾਰ ਨੂੰ ਪਤਾ ਲੱਗ ਜਾਏ ਵੀ A ਸਿੰਘ ਤੇਰੇ ਕੋਲੇ ਜ਼ਮੀਨ ਹੈਗੀ ਪੰਜਾਬ 'ਚ ਜਾਂ ਯੂਪੀ ਬਿਹਾਰ 'ਚੋਂ ਲਿਆ ਕੇ ਵੇਚੀ ਜਾਂਦਾ MSP ਤੇ ਕੇਂਦਰ ਨੂੰ। D ਸਿੰਘ ਤੇਰੇ ਕੋਲੇ ਹੈ ਜ਼ਮੀਨ ਪੰਜਾਬ 'ਚ ਜਾਂ ਠੇਕੇ ਤੇ ਲਈ ਹੈ? ਠੇਕੇ ਤੇ ਲਈ ਹੈ। ਕਿਹਦੇ ਨਾਲ ਤੇਰਾ ਕੰਟਰੈਕਟ ਹੈ ਭਾਈ? ਕੋਈ NRI ਹੈ ਜਾਂ ਪੰਜਾਬ 'ਚ ਕਿਸੇ ਨਾਲ ਕੰਟਰੈਕਟ ਹੈ? ਇਹਦਾ ਮਤਲਬ ਕੀ ਹੈ? ਜਿਹੜਾ ਕਿਸਾਨ ਸਰਕਾਰ ਨੂੰ ਆਪਣੀ ਫਸਲ ਵੇਚੂ ਉਹਦਾ ਲੈਂਡ ਰਿਕਾਰਡ ਨਾ ਲੱਗਣ ਦਾ ਮਤਲਬ ਹੈ ਕਿ ਉਸ ਜ਼ਮੀਨ ਤੇ ਉਹ ਝੋਨਾ ਬੀਜਿਆ ਗਿਆ। ਅਗਰ 1 ਏਕੜ ਹੈ ਪਤਾ ਲੱਗ ਜੂਗਾ ਪ੍ਰਤੀ ਏਕੜ ਕਿੰਨਾ ਉਤਪਾਦਨ ਹੋ ਰਿਹਾ ਐਵਰੇਜ। ਇਹ ਨਹੀਂ ਹੈਗਾ ਵੀ 1 ਏਕੜ ਜ਼ਮੀਨ ਹੈ ਤੇ 100 ਕੁਇੰਟਲ ਵੇਚ ਗਿਆ ਝੋਨਾ। ਤੁਸੀਂ ਮੇਰੀ ਗੱਲ ਸਮਝ ਰਹੇ ਹੋ ਨਾ ਗਗਨ? ਇਹਦੇ ਪਿੱਛੇ ਕਹਿੰਦੇ ਮੋਦੀ ਸਾਹਿਬ ਨੇ ਵੱਡਾ ਫੈਸਲਾ ਕੀਤਾ ਕਿ ਅਸੀਂ ਲੈਂਡ ਰਿਕਾਰਡ ਨਾਲ ਜੋੜਨੇ ਨੇ। ਹੁਣ ਇੱਥੇ ਕਿਸਾਨ ਜਥੇਬੰਦੀਆਂ 'ਤੇ ਬਹੁਤ ਵੱਡਾ ਸਵਾਲ ਹੈ। ਕਿਸਾਨ ਜਥੇਬੰਦੀਆਂ ਬਿਲਕੁਲ ਇਸ ਗੱਲ ਨੂੰ ਸਮਝਣ ਕਿ ਦੇਖੋ ਕਿਸਾਨਾਂ ਨੇ ਤਾਂ ਟਰੱਕ ਫੜਵਾਏ, ਇੱਕ ਪਾਸੇ ਟਰੱਕ ਸਾਡੇ ਕਿਸਾਨ ਜਥੇਬੰਦੀਆਂ ਫੜਵਾ ਰਹੀਆਂ ਨੇ ਵੀ ਆਹ ਦੇਖੋ ਜੀ ਯੂਪੀ 'ਚੋਂ ਲੈਣਾ ਲੱਗੀਆਂ ਪਈਆਂ, ਟਰੱਕ ਆ ਰਹੇ ਨੇ ਝੋਨਾ ਲੈ ਕੇ। ਹੁਣ ਜੇ ਯੂਪੀ ਦਾ ਝੋਨਾ ਪੰਜਾਬ 'ਚ ਆ ਰਿਹਾ ਹੈ ਤੇ ਉਹ ਕੇਂਦਰ ਸਰਕਾਰ ਨੂੰ ਦੇਖੋ ਯੂਪੀ 'ਚੋਂ ਸਸਤਾ ਲਿਆ 900 ਰੁਪਏ ਕੁਇੰਟਲ, 1000 ਰੁਪਏ ਕੁਇੰਟਲ, 1100 ਰੁਪਏ ਕੁਇੰਟਲ, ਤੇ ਕੇਂਦਰ ਸਰਕਾਰ ਨੂੰ 1800-1900 ਰੁਪਏ 'ਚ ਵੇਚਤਾ MSP ਤੇ। 1000 ਰੁਪਇਆ ਯੂਪੀ ਦੇ ਕਿਸਾਨਾਂ ਨੂੰ ਕੀ ਮਿਲਿਆ? ਕੁਛ ਨਹੀਂ। ਬਿਹਾਰ ਦੇ ਕਿਸਾਨਾਂ ਨੂੰ ਕੀ ਮਿਲਿਆ? ਕੁਛ ਨਹੀਂ। ਕੇਂਦਰ ਸਰਕਾਰ ਨੇ ਉਹੀ ਝੋਨਾ ਐਡੇ ਮਹਿੰਗੇ ਮੁੱਲ ਤੇ ਵੇਚਿਆ। ਔਰ ਦੂਜੀ ਗੱਲ, ਹੁਣ ਇੱਥੋਂ ਤੱਕ ਵੀ ਖਬਰਾਂ ਨੇ ਕਿ ਕੇਂਦਰ ਸਰਕਾਰ ਜਿਹੜੀ ਸਕੀਮ ਦੇ ਵਿੱਚ ਸਸਤਾ ਅਨਾਜ ਦਿੰਦੀ, ਇੱਕ ਹੋਰ ਤਰ੍ਹਾਂ ਦਾ ਮਾਫੀਆ ਜਿਹੜਾ ਉਸ ਅਨਾਜ ਨੂੰ ਦੁਬਾਰਾ ਖਰੀਦਣ ਦੀ ਕੋਸ਼ਿਸ਼ ਕਰਦਾ। ਜਿੱਦਾਂ ਹੀ ਉਹ ਅਨਾਜ ਵੰਡਿਆ ਜਾਂਦਾ ਉਹਨੂੰ ਖਰੀਦਣ ਦੀ ਕੋਸ਼ਿਸ਼ ਹੋ ਜਾਂਦੀ ਹੈ, ਉਹਨੂੰ ਖਰੀਦ ਕੇ ਫਿਰ ਉਹਨੂੰ ਰੀਸੇਲ ਕੀਤਾ ਜਾਂਦਾ ਬਾਜ਼ਾਰਾਂ ਦੇ ਵਿੱਚ। ਇਸ ਕਰਕੇ ਕੇਂਦਰ ਸਰਕਾਰ ਦੀ ਗੱਲ ਅੱਜ ਸਾਫ਼ ਹੋਈ ਹੈ। ਕੇਂਦਰ ਸਰਕਾਰ ਦੀ ਗੱਲ ਵੀ ਸੁਣਨ ਵਾਲੀ ਹੈ ਪੰਜਾਬ ਦੇ ਲੋਕਾਂ ਨੂੰ। ਔਰ ਕਿਸਾਨ ਜਥੇਬੰਦੀਆਂ ਤੇ ਹੁਣ ਵੱਡਾ ਸਵਾਲ ਹੈ। ਕਿਸਾਨ ਜਥੇਬੰਦੀਆਂ ਸਾਥ ਦੇਣ ਪੰਜਾਬ ਦੇ ਉਹਨਾਂ ਸਾਰੇ ਲੋਕਾਂ ਦਾ ਜਿਹੜੇ ਸ਼ਿਕਾਰ ਹੋ ਰਹੇ ਨੇ। ਕਿਸਾਨ ਜਥੇਬੰਦੀਆਂ ਤਹਈਆ ਕਰਨ ਵੀ ਨਹੀਂ ਆਉਣ ਦੇਣਾ ਅਸੀਂ ਪੰਜਾਬ 'ਚ ਝੋਨਾ ਜਿਹੜਾ 2 ਨੰਬਰ 'ਚ ਪੰਜਾਬ 'ਚ ਵਿਕੇ। ਔਰ ਕਿਸਾਨ ਜਥੇਬੰਦੀਆਂ ਜਾਣ ਸੁਪਰੀਮ ਕੋਰਟ ਤੇ ਖੁਲਾਸੇ ਕਰਨ ਸੁਪਰੀਮ ਕੋਰਟ 'ਚ ਕਿ ਜਿਹੜਾ ਕਣਕ ਝੋਨਾ ਆ ਰਿਹਾ ਸੀ ਬਾਹਰੋਂ, ਕਿਹੜੇ ਲੋਕ ਲੈ ਕੇ ਆਏ, ਕੀਤੀ ਜਾਵੇ ਉਹਨਾਂ ਦੀ ਜਾਂਚ। ਪਰਚੇ ਦਰਜ ਨੇ ਪੰਜਾਬ 'ਚ, FIRਾਂ ਦਰਜ ਨੇ। ਲਓ ਕੱਢ ਲਓ ਨਾਮ ਵੀ ਕਿਹਦੇ ਨਾਂ ਤੇ ਆਇਆ ਸੀ, ਫਿਰ ਪਤਾ ਕਰੋ ਕਿੰਨਾਂ ਦੇ ਨਾਲ ਉਹਨਾਂ ਦੇ ਸੰਬੰਧ ਨੇ। ਸੋ ਇੱਕ ਬਹੁਤ ਵੱਡਾ ਅਨਾਜ ਮਾਫੀਆ ਗਗਨ ਪੰਜਾਬ 'ਚ ਕੰਮ ਕਰ ਰਿਹਾ। ਮੈਂ ਕੱਲ੍ਹ ਵੀ ਸਵਾਲ ਕੀਤਾ ਸੀ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਕਿ ਨਵਜੋਤ ਸਿੰਘ ਸਿੱਧੂ ਜੀ ਅਨਾਜ ਮੰਡੀ ਮਾਫੀਏ ਵਾਲੇ ਪਾਸੇ ਦਖਲ ਦਿਓ। ਨਵਜੋਤ ਸਿੰਘ ਸਿੱਧੂ ਸਾਹਿਬ ਅਨਾਜ ਮੰਡੀ ਵਾਲੇ ਮਾਫੀਏ ਪਾਸੇ ਦਖਲ ਦਿਓ। ਕਿਸਾਨੀ ਬਾਰੇ ਤੁਹਾਡੀ ਸੋਚ ਬੜੀ ਚੰਗੀ ਹੈ ਸਿੱਧੂ ਸਾਹਿਬ, ਮੈਂ ਵਕਾਲਤ ਕਰਦਾ ਨਵਜੋਤ ਸਿੰਘ ਸਿੱਧੂ ਦੇ ਮਾਡਲ ਦਾ। ਔਰ ਟੈਂਡਰ ਦਿੱਤੇ ਜਾ ਰਹੇ ਨੇ ਵੱਧ ਮੁੱਲ ਤੇ, ਔਰ ਸਰਕਾਰੀ ਕੰਮ ਜਿਹੜਾ 2.5 ਰੁਪਏ 3 ਰੁਪਏ 4 ਰੁਪਏ 'ਚ 2 ਰੁਪਏ 'ਚ ਹੋ ਸਕਦਾ ਸੀ, ਕਿਤੇ 7 'ਚ ਹੋ ਰਿਹਾ, 8 'ਚ ਹੋ ਰਿਹਾ, 10 'ਚ ਹੋ ਰਿਹਾ, ਮਤਲਬ ਮਹਿੰਗਾ ਹੋ ਰਿਹਾ। ਉਹ ਕਿੰਨੇ 'ਚ ਵੀ ਹੋ ਰਿਹਾ, ਜਾਂਚ ਦਾ ਵਿਸ਼ਾ। ਜਿਹੜੀ ਬੋਰੀ ਦੀ ਲਿਫਟਿੰਗ 2.5 ਰੁਪਏ 'ਚ ਹੋ ਸਕਦੀ ਹੈ, ਉਸ ਬੋਰੀ ਦੀ ਲਿਫਟਿੰਗ ਦੇ ਲੋਕ ਸਰਕਾਰ ਗਗਨ ਸਰਕਾਰੀ ਰੇਟ ਰੱਖ ਲਿਆ ਮੰਨ ਲਓ 2.5 ਰੁਪਏ,
ਤੇ ਠੇਕੇਦਾਰ ਕਹਿੰਦੇ ਅਸੀਂ 2.25 ਰੁਪਏ 'ਚ ਲਿਫਟ ਕਰਕੇ ਦੇਵਾਂਗੇ। ਤੇ ਸਰਕਾਰੀ ਟੈਂਡਰ ਕਿਹਦਾ ਪਾਸ ਹੋ ਰਿਹਾ ਹੈ? ਜਿਹੜਾ ਕਹਿੰਦਾ ਮੈਂ 4.25 ਰੁਪਏ 'ਚ ਲਿਫਟ ਕਰਕੇ ਦਊਂ। ਇੱਕ ਵਿਅਕਤੀ 2.5 ਰੁਪਏ ਤੈਅ ਮੁੱਲ ਤੋਂ ਵੀ ਘੱਟ ਤੁਹਾਡੀ ਕਣਕ ਨੂੰ ਗੋਦਾਮ ਤੱਕ ਪਹੁੰਚਾਉਣ ਲਈ ਤਿਆਰ ਹੈ, ਤੇ ਸਰਕਾਰ ਕਹਿੰਦੀ ਨਹੀਂ, ਜਿਹੜਾ 4.5 ਰੁਪਏ 'ਚ ਪਹੁੰਚਾਊਗਾ ਅਸੀਂ ਉਹਦਾ ਟੈਂਡਰ ਪਾਸ ਕਰਦੇ ਹਾਂ। ਆਹ ਕੁਝ ਹੋ ਰਿਹਾ ਪੰਜਾਬ ਦੇ ਵਿੱਚ। ਸਰਕਾਰੀ ਖਜ਼ਾਨੇ ਨੂੰ, ਪੰਜਾਬ ਦੇ ਖਜ਼ਾਨੇ ਨੂੰ ਬਹੁਤ ਵੱਡੀ ਸੱਟ ਹੈ। ਸੋ 3 ਬੰਦੇ ਮੁੱਖ ਨੇ ਪੰਜਾਬ 'ਚ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ, ਨਵਜੋਤ ਸਿੰਘ ਸਿੱਧੂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ, ਤੇ ਤੀਜੇ ਨੇ ਮੰਤਰੀ ਭਾਰਤ ਭੂਸ਼ਣ ਆਸ਼ੂ। ਇਹਨਾਂ ਤਿੰਨਾਂ ਕੋਲੋਂ ਮੰਗ ਹੈ। ਇਹ ਤਿੰਨੇ ਬੜੇ ਇਮਾਨਦਾਰ ਮੰਨੇ ਜਾਂਦੇ ਨੇ, ਇਨਸਾਫ ਪਸੰਦ ਮੰਨੇ ਜਾਂਦੇ ਨੇ। ਇਹ ਤਿੰਨੇ ਦੇ ਦੇਣ ਅੱਜ ਜਾਂਚ ਦੇ ਹੁਕਮ ਵੀ ਪੰਜਾਬ ਦੀਆਂ ਮੰਡੀਆਂ ਦੇ ਅਨਾਜ ਘਟਾਲੇ ਦੀ ਅਸੀਂ ਜਾਂਚ ਕਰਾਵਾਂਗੇ। CBI ਤੋਂ ਨਹੀਂ ਕਰਾਉਣੀ, ਪੰਜਾਬ ਦੀ ਵਿਜੀਲੈਂਸ ਤੋਂ ਕਰਾ ਲਓ। ਬਿਲਕੁਲ। ਸੋ ਇਹ ਜ਼ਰੂਰ ਹੈ ਕਿ ਘੁਟਾਲਾ ਕਿਸੇ ਵੀ ਕਿਸਮ ਦਾ ਹੋਵੇ ਉਸ ਦੇ ਉੱਤੇ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ, ਕਿਉਂਕਿ ਲੋਕਾਂ ਦੇ ਟੈਕਸ ਦਾ ਗਿਆ ਹੋਇਆ ਪੈਸਾ ਹੀ ਇਹਨਾਂ ਘੁਟਾਲਿਆਂ ਦੇ ਜ਼ਰੀਏ ਆਮ ਲੋਕਾਂ ਦੀ ਜੇਬ 'ਚ ਗਿਆ ਹੋਇਆ ਪੈਸਾ ਵੱਡੇ ਸਿਆਸਤਦਾਨਾਂ ਕਹਿ ਦਈਏ ਜਾਂ ਫਿਰ ਵੱਡੇ ਪੂੰਜੀਪਤੀਆਂ ਦੀ ਜੇਬ ਦੇ ਵਿੱਚ ਆਉਂਦਾ ਹੈ। ਸੋ ਉਹਨਾਂ ਦੇ ਉੱਤੇ ਨਕੇਲ ਜ਼ਰੂਰ ਕੱਸੀ ਜਾਣੀ ਚਾਹੀਦੀ। ਗੱਲ ਵੀ ਸੁਣਾ ਦਿਓ ਕੁਝ ਠੇਕੇਦਾਰਾਂ ਦੀ, ਉਹਨਾਂ ਦੀ ਸ਼ਕਲ ਨਹੀਂ ਦਿਖਾ ਰਹੇ। ਖਤਮ ਕਰਨ ਤੋਂ ਪਹਿਲਾਂ ਪ੍ਰੋਗਰਾਮ ਉਹਨਾਂ ਦੀ ਗੱਲ ਵੀ ਸੁਣਾ ਦਿੰਦੇ ਆ, ਉਹਨਾਂ ਦਾ ਦਰਦ ਕੀ। ਜਿਹੜੇ ਇਹ 90% ਠੇਕੇਦਾਰ ਵਿਹਲੇ ਬੈਠੇ ਆ, ਕੀ ਉਹ ਕੰਮ ਨਹੀਂ ਕਰ ਸਕਦੇ? ਮੇਰੇ ਤੇ ਲਾ ਲਓ ਸਰ, ਮੇਰੀ ਦੂਜੀ ਪੀੜ੍ਹੀ ਆ ਗਈ ਇਸ ਕੰਮ ਦੇ ਵਿੱਚ। ਮੇਰੇ ਬਜ਼ੁਰਗ ਨੇ ਜਦੋਂ ਇਹ ਏਜੰਸੀਆਂ ਬਣੀਆਂ ਉਸ ਤੋਂ ਪਹਿਲਾਂ ਕੰਮ ਕਰਨਾ ਸ਼ੁਰੂ ਕੀਤਾ। ਏਜੰਸੀਆਂ ਜਿੱਦਣ ਬਣੀਆਂ ਉਦਣ ਤੋਂ ਠੇਕੇਦਾਰ ਹੈਗੇ। 25 ਸਾਲਾਂ ਤੋਂ ਮੈਂ ਠੇਕੇਦਾਰ ਹਾਂ ਇਸੇ ਕੰਮ ਦਾ, ਲੇਬਰ ਕਾਰਟੇਜ ਪਲੱਸ ਟਰਾਂਸਪੋਰਟੇਸ਼ਨ ਦਾ। ਜਦ ਮੈਂ 25 ਸਾਲ ਪਹਿਲਾਂ ਕੰਮ ਇਹੀ ਕਰ ਸਕਦਾ ਤੁਹਾਡੀਆਂ ਮੰਡੀਆਂ ਦਾ, ਤੇ 19-20 ਦੇ ਵਿੱਚ ਆ ਕੇ ਮੈਂ ਕਿਉਂ ਨਹੀਂ ਕਰ ਸਕਦਾ? ਵੀ ਐਸਾ ਕੀ ਸੱਪ ਸੂੰਘ ਗਿਆ ਮੈਨੂੰ? ਜਦ ਨਾਲੋਂ ਮੇਰੇ ਕੋਲ ਟਰਾਂਸਪੋਰਟੇਸ਼ਨ ਵੀ ਵੱਧ ਹੈ, ਉਹਨਾਂ ਪਹਿਲੇ ਸਾਲਾਂ ਨਾਲੋਂ ਮੇਰੇ ਕੋਲ ਲੇਬਰ ਵੀ ਵੱਧ ਹੈ। ਹੁਣ ਮੈਂ ਕਿਉਂ ਨਹੀਂ ਕਰ ਸਕਦਾ? ਕਾਰਨ ਕੀ ਹੈ? ਕਾਰਨ ਇਹੀ ਹੈ ਵੀ ਇਹਦੇ ਵਿੱਚ ਕੁਛ ਨਾ ਕੁਛ ਘਪਲਾ ਹੈ, ਕੁਛ ਨਾ ਕੁਛ ਕੀ ਬਹੁਤ ਬੜਾ ਘਪਲਾ ਹੈ। ਸਾਡੀ ਤਾਂ ਕੋਈ ਜਾਂਚ ਜੂਚ ਇਹਦੇ ਤੇ ਕਰ ਸਕਦਾ? ਕੋਈ ਕੌਣ ਜਾਂਚ ਕਰ ਸਕਦਾ ਇਹਦੇ ਤੇ? ਸਰ ਜਾਂਚ ਪਹਿਲਾਂ ਹੁੰਦੀ ਸੀ। ਇਹ ਜਿਹੜੀਆਂ 2018-19 ਦੀਆਂ ਪਾਲਿਸੀਆਂ ਨਾ ਜੀ, ਜਾਂ 19-20 ਦੀਆਂ ਪਾਲਿਸੀਆਂ, ਇਹਨਾਂ ਦੇ ਵਿੱਚ ਠੇਕੇਦਾਰ ਨਾਲ ਕੋਈ ਧੱਕਾ ਹੁੰਦਾ ਸੀ, ਉਹ ਹਾਈ ਕੋਰਟ ਜਾ ਸਕਦਾ ਸੀ। ਹੁਣ ਇਹਨਾਂ ਨੇ ਪਿਛਲੇ ਸਾਲ ਪਾਲਿਸੀ ਇੱਦਾਂ ਦੀ ਬਣਾਤੀ ਵੀ ਪਹਿਲਾਂ ਤਾਂ ਠੇਕੇਦਾਰ ਨਾਲ ਅਗਰ ਧੱਕਾ ਤੁਸੀਂ ਕਰੋਗੇ ਤਾਂ ਪਹਿਲਾਂ ਉਹ ਡਾਇਰੈਕਟਰ ਕੋਲੇ ਜਾਵੇ, 2-4 ਮਹੀਨੇ ਉਹਨੇ ਕੱਢ ਦੇਣੇ। ਉਸ ਤੋਂ ਬਾਅਦ ਉਹ ਫੂਡ ਸੈਕਟਰੀ ਕੋਲੇ ਜਾਵੇ, 2-4 ਮਹੀਨੇ ਉਹਨੇ ਕੱਢ ਦੇਣੇ। ਜਦ ਨੂੰ ਇਹ ਸੀਜ਼ਨ ਆ ਜਾਂਦਾ, ਮੰਨ ਲਓ ਝੋਨੇ ਦਾ ਸੀਜ਼ਨ ਹੈ ਜਾਂ ਕਣਕ ਦਾ ਸੀਜ਼ਨ, ਜਦ ਨੂੰ ਉਹ ਨਿਕਲ ਜਾਂਦਾ। ਸਰ ਕਾਨੂੰਨੀ ਰਾਹ 'ਤੇ ਤਾਂ ਲੋਕਾਂ ਨੂੰ ਪਹਿਲਾਂ ਆਸ ਸੀਗੀ ਵੀ ਸ਼ਾਇਦ ਇਹ ਗੱਲਾਂ ਸਰਕਾਰਾਂ ਤੱਕ ਪਹੁੰਚਣਗੀਆਂ, ਉਹ ਕੁਛ ਨਾ ਕੁਛ ਇਹਦੇ 'ਚ ਦਖਲ ਦੇਣਗੇ ਵੀ ਇਹ ਜਿਹੜੇ ਘਪਲੇ ਹੋ ਰਹੇ ਆ ਇਹਨਾਂ ਦੇ ਵਿੱਚ ਲੋਕਾਂ ਦੇ ਹਿੱਤ ਨਾ ਮਾਰੇ ਜਾਣ, ਉਹਨਾਂ ਨੂੰ ਕੋਈ ਜਿਹੜੇ ਬੰਨੇ ਲੋਕ ਵਿਹਲੇ ਹੋਏ ਆ ਵੀ ਉਹਨਾਂ ਨੂੰ ਕੰਮ ਦਿੱਤਾ ਜਾਵੇ। ਪਰ ਹੁਣ ਲੱਗਦਾ ਵੀ ਇਹਨਾਂ ਠੇਕੇਦਾਰਾਂ ਨੂੰ ਹਾਈ ਕੋਰਟ ਜਾਣ ਤੋਂ ਬਿਨਾਂ ਇਹਨਾਂ ਦਾ ਕੋਈ ਹੱਲ ਨਹੀਂ ਹੋਣਾ। ਇਹ ਹੱਲ ਤਾਂ ਕਰਨ ਨੂੰ ਤਾਂ ਸਰ ਕੈਪਟਨ ਸਾਹਿਬ ਕਰ ਸਕਦੇ ਹੱਲ, ਸਿੱਧੂ ਸਾਹਿਬ ਕਰ ਸਕਦੇ। ਸਿੱਧੂ ਸਾਹਿਬ ਜਿੱਦਣ ਤੋਂ ਪ੍ਰਧਾਨ ਬਣੇ ਆ ਸ਼ਾਇਦ ਲੋਕਾਂ ਦੇ ਵਿੱਚ ਉਮੀਦ ਜਾਗੀ ਹੈ, ਠੇਕੇਦਾਰਾਂ 'ਚ ਵੀ ਉਮੀਦ ਜਾਗੀ ਹੈ। ਇਹ ਜਿਹੜਾ ਮਸਲਾ ਹੁਣ ਚੱਕ ਹੋ ਰਿਹਾ, ਉਹਨਾਂ ਨੂੰ ਲੱਗਦਾ ਵੀ ਸਿੱਧੂ ਸਾਹਿਬ ਬਹੁਤ ਵਧੀਆ ਛਵੀ ਦੇ ਬੰਦੇ ਆ, ਵੀ ਸ਼ਾਇਦ ਇਹ ਸਾਡੀ ਗੱਲ ਸੁਣਨਗੇ ਵੀ। 2017 'ਚ ਕੈਪਟਨ ਸਾਹਿਬ ਦੀ ਅਗਵਾਈ ਹੇਠ ਪੰਜਾਬ ਸਰਕਾਰ ਬਣੀ ਜੀ। ਉਸ ਟਾਈਮ ਬਹੁਤ ਸਾਡੇ ਵਰਗੇ ਨੌਜਵਾਨ, ਛੋਟੇ ਭਰਾ, ਵੱਡੇ, ਸਭ ਨੂੰ ਉਮੀਦ ਸੀ ਕਿ ਬਹੁਤ ਹੀ ਪਾਰਦਰਸ਼ੀ ਕੰਮ ਹੋਏਗਾ ਜੀ, ਔਰ ਹੋਇਆ ਵੀ। 17-18 'ਚ ਜਿਹੜੀ ਪੰਜਾਬ ਸਰਕਾਰ ਦੀ ਦਾਣਾ ਮੰਡੀਆਂ ਟੈਂਡਰ ਪਾਲਿਸੀ ਸੀ, ਉਹ ਬਹੁਤ ਵਧੀਆ ਸੀ। ਹਰ ਬੰਦਾ ਪਾਰਟੀਸਪੇਟ ਕਰ ਸਕਦਾ ਸੀ ਬਗੈਰ ਕੋਈ ਕਿਸ ਤਰ੍ਹਾਂ ਰਿਸ਼ਵਤ ਘਪਲੇ ਤੋਂ ਬਗੈਰ ਜੀ। 17-18 'ਚ 18-19 ਜੀ। ਉਸ ਤੋਂ ਬਾਅਦ 19-20 ਵਾਲੀ ਪਾਲਿਸੀ ਦੇ ਵਿੱਚ ਮਾਫੀਆ ਆਉਣਾ ਹੌਲੀ ਹੌਲੀ ਸ਼ੁਰੂ ਹੋ ਗਿਆ ਜੀ। 19-20 'ਚ ਇਹਨਾਂ ਨੇ ਪ੍ਰੋਟੈਸਟ ਕੀਤਾ ਕੁਛ ਕੁ ਮੰਡੀਆਂ ਦਾ ਜੀ। ਉਹ ਜਦ ਇਹਨਾਂ ਨੇ ਦੇਖਿਆ ਸਫਲ ਹੋ ਗਿਆ ਜੀ। ਨਹੀਂ ਸਰ, ਮੌਜੂਦਾ ਸਰਕਾਰ ਨਹੀਂ, ਸਰਕਾਰ ਦੇ ਬੰਦਿਆਂ ਨੇ ਜੀ ਵਿੱਚੋਂ ਹੀ ਕੋਈ। ਠੀਕ ਹੈ ਜੀ। ਬਾਕੀ ਰਹਿੰਦੀ ਪੂੰਦੀ ਕਸਰ ਜੀ ਸਰ 20-21 'ਚ ਇਹਨਾਂ ਨੇ ਪੂਰੀ ਕਰਤੀ। 90% ਠੇਕੇਦਾਰ ਸਾਰੇ ਵਿਹਲੇ ਬਿਠਾ ਕੇ ਇੱਦਾਂ ਦੀਆਂ ਪਾਲਿਸੀਆਂ ਤਿਆਰ ਕਰਕੇ ਆਪਣੇ ਚਹੇਤਿਆਂ ਨੂੰ ਟੈਂਡਰ ਦਿੱਤੇ ਗਏ। ਸਰਕਾਰੀ ਖਜ਼ਾਨੇ ਨੂੰ ਬਹੁਤ ਵੱਡਾ ਲਾਸ ਹੈ ਜੀ। ਜਿਹੜਾ ਕੰਮ 2 ਰੁਪਏ 'ਚ ਹੋਣਾ ਸੀ ਉਹ ਇਹਨਾਂ ਨੇ 10-10 ਰੁਪਏ 'ਚ ਦਿੱਤਾ ਜੀ। ਇੰਨੀ ਵੱਡੀ ਲੁੱਟ ਖਸੁੱਟ ਹੋਈ ਕਿ ਅਨੁਮਾਨ ਲਾਗਤ ਜਿਹੜਾ ਜੀ ਘੱਟੋ ਘੱਟ 4000 ਕਰੋੜ ਰੁਪਏ ਦਾ ਵਾਧੂ ਭਾਰ ਪੰਜਾਬ ਸਿਰ ਪਿਆ ਜੀ, ਜਦ ਕਿ ਪੰਜਾਬ ਪਹਿਲਾਂ ਤਾਂ ਡੁੱਬਿਆ ਹੋਇਆ ਸਰ। ਸੋ ਬਿਲਕੁਲ ਇਹ ਤੁਸੀਂ ਸੁਣੀ ਜੋ ਮੰਡੀਆਂ ਦੇ ਵਿੱਚੋਂ ਠੇਕੇਦਾਰ ਨੇ ਜਿਨ੍ਹਾਂ ਨੇ ਆਪਣਾ ਦੁੱਖ ਸੁਣਾਇਆ ਹੈ। ਤੇ ਕੱਲ ਰਾਜ ਸਭਾ ਦੇ ਵਿੱਚ ਵੀ ਕੁਝ ਅਜਿਹੀਆਂ ਘਟਨਾਵਾਂ ਹੋਈਆਂ ਨੇ ਜੋ ਇਤਿਹਾਸ ਦੇ ਵਿੱਚ ਪਹਿਲੀ ਵਾਰ ਵੇਖਣ ਨੂੰ ਮਿਲੀਆਂ ਨੇ। ਸੋ ਇਹਨਾਂ ਘਟਨਾਵਾਂ ਦੇ ਉੱਤੇ ਰਾਹੁਲ ਗਾਂਧੀ ਦੇ ਵੱਲੋਂ ਨਾਰਾਜ਼ਗੀ ਜਤਾਈ ਗਈ ਹੈ ਕਿ ਕੁਝ ਰਾਹੁਲ ਗਾਂਧੀ ਤੇ ਹੋਰ ਪੰਜਾਬ ਦੇ ਮੈਂਬਰ ਪਾਰਲੀਮੈਂਟ ਕਹਿ ਰਹੇ ਨੇ, ਉਹ ਸੁਣ ਲਿਆ। मैं समझना कि कांग्रेस पार्टी के अंदर
ਇਹ ਸਾਰੇ ਲੋਕ ਇਕੱਠੇ ਚੱਲਣਗੇ। और कल सोनिया गांधी जी ने भी ये आदेश जारी किया है कि सब लोगों को मिल के चलना पएगा और सब लोगों को इकट्ठियां चलना पएगा। और जिथे जिथे भी कमियां, हरीश रावत जी अगले हफ्ते पंजाब में आएंगे वो दौरे के उपर, और जिथे कमियां उन्होंने दुरुस्त करेंगे। हाईकमान का आदेश है और मैं समझना कि असी सारे एक प्लेटफार्म पर एक मंच पर सारे इकट्ठे चला। अच्छा, आप वजह क्या मानते हैं कि जो गुट बने हुए हैं या आपस में विचार नहीं मिल रहे हैं, वजह क्या मानते हैं? देखिए यार, जब से ਜਦੋਂ ਦੀ ਇਹ ਸ੍ਰਿਸ਼ਟੀ ਚੱਲੀ ਹੈ ਨਾ, ਤਾਂ ਉਦੋਂ ਦੇ ਗੁੱਟ ਹੈ, ਘਰਾਂ ਦੇ ਵਿੱਚ ਵੀ ਗੁੱਟ ਹੈ, ਮਹੱਲਿਆਂ 'ਚ ਵੀ ਗੁੱਟ ਹੈ, ਪਿੰਡਾਂ 'ਚ ਵੀ ਗੁੱਟ ਹੈ। ਔਰ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਐਡਾ ਵੱਡਾ ਪਰਿਵਾਰ ਹੈ, ਕਿਤੇ ਨਾ ਕਿਤੇ ਜਿਹੜੇ ਆ ਆਪਸੀ ਵਿਚਾਰਾਂ ਦੀ ਲੜਾਈ ਹੁੰਦੀ ਹੈ। ਔਰ ਉਸ ਜਿੱਥੇ ਸੰਤੁਲਨ ਦੀ ਕਮੀ ਹੈ, ਉੱਥੇ ਤੁਹਾਨੂੰ ਮੈਂ ਕਿਹਾ ਹਰੀਸ਼ ਰਾਵਤ ਜੀ ਆ ਰਹੇ, ਜਲਦੀ ਸਾਰਾ ਕੁਝ ਠੀਕ ਹੋਏਗਾ ਔਰ ਆਲ ਇਜ਼ ਵੈਲ ਹੋਏਗਾ। ਜਿਸ ਤਰ੍ਹਾਂ ਕੋਈ ਕਿਸੇ ਨੂੰ ਦਿਖਦਾ ਨਹੀਂ ਹੁੰਦਾ ਜਾਂ ਸੁਣਦਾ ਨਹੀਂ ਹੁੰਦਾ, ਇਹ ਸਰਕਾਰ ਬਿਲਕੁਲ ਉਹੀ ਜਿਹੀ ਹੈ। ਆਪੋਜੀਸ਼ਨ ਦੀ ਕੋਈ ਗੱਲ ਨਹੀਂ ਮੰਨ ਰਹੀ। ਅਸੀਂ ਕਿਸਾਨਾਂ ਦੀ ਗੱਲ ਕਰਦੇ ਹਾਂ, ਇਹ ਪਾਰਲੀਮੈਂਟ 'ਚ ਨਹੀਂ ਕਰਦੇ। ਜਦੋਂ ਅਸੀਂ ਉਹਨਾਂ ਦੀ ਗੱਲ ਕਰਦੇ ਹਾਂ ਮਹਿੰਗਾਈ ਦੀ, ਉਦੋਂ ਪਾਰਲੀਮੈਂਟ ਦੀ, ਜਦੋਂ ਪੈਗਾਸਸ ਦੀ ਗੱਲ ਕਰੀਦੀ ਆ ਉਦੋਂ ਪਾਰਲੀਮੈਂਟ 'ਚ ਨਹੀਂ ਗੱਲ ਕਰਦੇ। ਇਹ ਬਾਹਰ ਆ ਕੇ ਗੱਲ ਸੁਣਦੇ ਨੇ। ਇਸ ਕਰਕੇ ਸਾਡੀ ਇੱਥੇ ਆਉਣਾ ਸਾਡਾ ਜ਼ਰੂਰੀ ਔਰ ਇੱਥੇ ਆਉਣੀ ਸਾਡੀ ਮਜਬੂਰੀ ਹੈ। ਬਾਹਰ ਆ ਕੇ ਅਸੀਂ ਸਾਰੀਆਂ ਆਪੋਜੀਸ਼ਨ ਪਾਰਟੀਆਂ ਇਕੱਠੀਆਂ ਹੋ ਕੇ ਸਰਕਾਰ ਦੇ ਖਿਲਾਫ ਡਿਮਾਂਡ ਕਰ ਰਹੇ ਨੇ, ਮੰਗ ਕਰ ਰਹੇ ਹਾਂ ਵੀ ਕਿਸਾਨਾਂ ਦਾ ਮਸਲਾ ਹੱਲ ਕਰੋ, ਤਿੰਨੇ ਕਾਨੂੰਨ ਕਾਲੇ ਵਾਪਸ ਲਵੋ, ਪੈਗਾਸਸ ਦੀ ਜਾਸੂਸੀ ਦਾ ਹਿਸਾਬ ਲਵੋ, ਇਹ ਕਿੰਨੇ ਪੈਸੇ ਕਿਹਨੂੰ ਦਿੱਤੇ ਗਏ ਨੇ, ਕੀ ਨਹੀਂ ਦਿੱਤੇ ਨੇ, ਇਹ ਬਹੁਤ ਸਾਰੀਆਂ ਗੱਲਾਂ ਨੇ, ਬਹੁਤ ਸਾਰੀਆਂ। ਮੈਂ ਕਹਿਣਾ ਚਾਹੁੰਦੀ ਹਾਂ ਕਿ ਸਾਰੇ ਵਿਰੋਧੀ ਪਾਰਟੀਆਂ ਇਕੱਠੇ ਹੋ ਕੇ ਜੋ ਅਸੀਂ ਪਾਰਲੀਮੈਂਟ ਦੇ ਵਿੱਚ ਮੰਗ ਉਠਾਈ ਥੀ ਕਿ ਕਾਲੇ ਕਾਨੂੰਨ ਵਾਪਸ ਲਓ, ਪੈਗਾਸਸ ਤੇ ਚਰਚਾ ਕਰਾਓ, ਮਹਿੰਗਾਈ ਤੇ ਚਰਚਾ ਕਰਾਓ, ਇਹ ਜਦ ਇਹਨਾਂ ਨੇ ਨਹੀਂ ਕੀਤੀ, ਕੱਲ ਸਾਈਨੇਡਾਈ ਕਰਤਾ, ਤਾਂ ਅਸੀਂ ਉਹਦੇ ਖਿਲਾਫ ਪ੍ਰੈਸ ਦੇ ਸਾਹਮਣੇ ਜਾ ਰਹੇ ਹਾਂ। ਕਿਉਂਕਿ ਇਹਨਾਂ ਨੇ ਲੋਕ ਸਭਾ ਟੈਲੀਵਿਜ਼ਨ ਉੱਤੇ ਵੀ ਨਹੀਂ ਦਿਖਾਇਆ ਕਿ ਸਾਡਾ ਪ੍ਰੋਟੈਸਟ ਕੀ ਹੈ, ਅਸੀਂ ਕੀ ਮੰਗ ਰਹੇ ਹਾਂ। ਪਹਿਲਾਂ ਸੈਨੇਡਾਈ ਐਡਜਰਨ ਕਰਤੀ ਪਾਰਲੀਮੈਂਟ ਵੀ, ਰਾਜ ਸਭਾ ਵੀ, ਲੋਕ ਸਭਾ ਵੀ, ਔਰ 3 ਹਫ਼ਤੇ ਚੱਲਣੀ ਸੀ ਪ੍ਰੋਸੀਡਿੰਗ, ਜਿਹਦੇ ਵਿੱਚ ਸਾਰੀ ਆਪੋਜੀਸ਼ਨ ਲਗਾਤਾਰ ਮੰਗ ਕਰਦੀ ਰਹੀ ਹੈ ਕਿ ਜਿਹੜੇ ਕਾਲੇ ਕਾਨੂੰਨ ਹੈ ਉਹਨਾਂ ਨੂੰ ਵਾਪਸ ਲਿਆ ਜਾਏ, ਜਿਹੜੇ ਫਾਰਮ ਹੈ, ਜਿਹੜੀ ਜਸੂਸੀ ਵਾਲਾ ਪੈਗਾਸਸ ਹੈ ਉਸ 'ਤੇ ਚਰਚਾ ਹੋਵੇ, ਔਰ ਜੋ ਮਹਿੰਗਾਈ ਹੈ ਉਸ 'ਤੇ ਚਰਚਾ ਹੋਵੇ। ਪਰ ਇਹ ਸਰਕਾਰ ਨੇ ਬਿੱਲ ਲਿਆ ਕੇ ਬਲਡੋਜ਼ ਕੀਤੇ ਔਰ ਬਿਲਕੁਲ ਕਿਸੇ ਦੀ ਗੱਲ ਨਹੀਂ ਸੁਣੀ ਔਰ ਧੱਕੇ ਦੇ ਨਾਲ ਜਿਹੜੇ ਬਿੱਲ ਪਾਸ ਕਰ ਲਏ ਔਰ ਉਸ ਨੂੰ ਐਡਜਰਨ ਕਰ ਦਿੱਤਾ ਹੈ। ਇਸ ਕਰਕੇ ਅੱਜ ਸਾਰੀਆਂ ਪੋਲੀਟੀਕਲ ਪਾਰਟੀਆਂ ਇਕੱਠੀਆਂ ਹੋ ਕੇ ਇਹ ਪ੍ਰੋਟੈਸਟ ਕਰ ਰਹੀਆਂ। ਬਿਲਕੁਲ ਇਹ ਤਾਨਾਸ਼ਾਹ ਤਰੀਕੇ ਜੋ ਸਰਕਾਰ ਜਿਹੜੀ ਚੱਲੀ ਹੈ ਉਹਦੇ 'ਚੋਂ ਸਾਡੀ ਕੋਈ ਸੁਣਵਾਈ ਨਹੀਂ ਹੋਈ। ਉਹ ਸੁਣਵਾਈ ਜਿਹੜੀ ਕਿ ਪਾਰਲੀਮੈਂਟ ਦੇ ਅੰਦਰ ਸਾਡੀ ਹੋਣੀ ਜ਼ਰੂਰੀ ਸੀ, ਨਾ ਕਿਸਾਨ ਦੇ ਮੁੱਦੇ ਤੇ, ਨਾ ਕਿਸਾਨ ਦੇ ਮੁੱਦੇ ਤੇ, ਨਾ ਮਹਿੰਗਾਈ ਦੇ ਮੁੱਦੇ ਤੇ, ਨਾ ਪੈਕਸਿਸ ਦੇ ਮੁੱਦੇ ਤੇ। 500 ਤੋਂ ਵੱਧ ਕਿਸਾਨ ਮਰ ਚੁੱਕੇ ਨੇ, ਉਹ ਜ਼ਿਆਦਾ ਜ਼ਰੂਰੀ ਸੀ। ਪਰ ਇਹਨਾਂ ਨੇ ਧੱਕੇ ਨਾਲ ਸਦਨ ਚਲਾਇਆ। ਸਾਰੀਆਂ ਪਾਰਟੀਆਂ ਵੈਲ 'ਚ ਨਾ, ਰਾਹੁਲ ਗਾਂਧੀ, ਸਾਰੇ ਸਾਡੇ ਪਾਰਟੀ ਦੇ ਲੋਕ ਵੈਲ 'ਚ ਬੈਠੇ ਨੇ, ਸਾਰੇ ਲੋਕ ਮਤਲਬ ਧਰਨਾ ਦੇ ਰਹੇ ਨੇ, ਪਰ ਇਹਨਾਂ ਨੇ ਇੱਕ ਵੀ ਜਿਹੜੀ ਮੀਡੀਆ ਵਾ ਉਹਨੂੰ ਉੱਥੋਂ ਤੱਕ ਜਾਣ ਨਹੀਂ ਦਿੱਤਾ। ਲੋਕਾਂ ਦੀ ਇੱਕ ਹੀ ਵਿਚਾਰ ਕਰਦੇ ਰਹੇ, ਇਹ ਗੱਲ ਨਹੀਂ ਕਰ ਰਹੇ। ਅਸੀਂ ਐਡਜਰਨਮੈਂਟ ਨੋਟਿਸ ਦਿੰਦੇ ਸਾਂ, ਇਹ ਖਾਰਜ ਕਰੋ, ਕੰਮ ਬਾਅਦ 'ਚ ਕਰਿਓ, ਪਹਿਲਾਂ ਗੱਲ ਸੁਣ ਲਓ। ਇੱਕ ਸਦਨ ਪਵਿੱਤਰ ਸਦਨ ਆ ਜਿਹਦੇ 'ਚ ਲੋਕਾਂ ਨੇ ਗੱਲ ਰੱਖਣੀ ਹੁੰਦੀ ਆ, ਪਰ ਇਹਨਾਂ ਨੇ ਗੱਲ ਰੱਖਣ ਦਾ ਮੌਕਾ ਨਹੀਂ ਦਿੱਤਾ। ਅੱਜ ਸਾਡੇ ਰਾਹੁਲ ਗਾਂਧੀ ਸਾਰੇ ਲੀਡਰ ਜਿਹੜੇ ਆ, ਅਸੀਂ ਅੱਜ ਇੱਥੇ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ, ਅੱਜ ਸੈਸ਼ਨ ਤੋਂ ਬਾਅਦ ਵੀ। ਅਸੀਂ ਮਾਰਚ ਇਸ ਕਰਕੇ ਕੱਢਿਆ ਵਾ ਕਿ ਇਹਨਾਂ ਨੇ ਪਾਰਲੀਮੈਂਟ ਦੇ ਅੰਦਰ ਸੈਸ਼ਨ ਸਾਰਾ ਨਿਕਲ ਗਿਆ, ਸਾਡੀ ਕੋਈ ਗੱਲ ਨਹੀਂ ਸੁਣੀ। ਅਪੋਜੀਸ਼ਨ ਜਿਹੜੀ ਹੈਗੀ ਆ ਉਹ ਪਾਰਲੀਮੈਂਟ ਸਟੇਕ ਹੋਲਡਰ ਹੈਗੀ ਆ। ਲੋਕ ਸਭਾ 'ਚ ਸਾਡੇ ਕਰੀਬ ਪੌਣੇ 200 ਆਦਮੀ ਆ, ਇੱਧਰ ਬਾਹਰ ਰਾਜ ਸਭਾ 'ਚ ਤਾਂ ਕਰੀਬ ਬਰਾਬਰ ਲੋਕ ਨੇ। ਤੇ ਅਸੀਂ ਇਹਨਾਂ ਨੂੰ 4-5 ਮੁੱਦਿਆਂ ਤੇ ਕਹਿ ਰਹੇ ਸੀ ਕਿ ਬਈ ਉਹਨਾਂ ਤੇ ਡਿਸਕਸ਼ਨ ਕਰਾਓ, ਪੈਗਾਸਸ ਤੇ ਡਿਸਕਸ਼ਨ ਕਰਾਓ, ਫਾਰਮ ਲਾਅ ਦੀ ਵਿਡਰੋਲ ਤੇ ਡਿਸਕਸ਼ਨ ਕਰਾਓ, ਪੈਟਰੋਲ ਜਿਹੜਾ 100 ਰੁਪਏ ਲੀਟਰ ਹੋ ਗਿਆ, ਡੀਜ਼ਲ 90 ਰੁਪਏ ਹੋ ਗਿਆ, ਔਰ ਜਿਹੜਾ ਕੋਵਿਡ ਦੀ ਤੁਸੀਂ ਮਿਸਮੈਨੇਜਮੈਂਟ ਕੀਤੀ ਆ, ਵੈਕਸੀਨੇਸ਼ਨ ਨਹੀਂ ਆ, ਮਹਿੰਗਾਈ ਹੈਗੀ ਆ, ਅਨਇੰਪਲੋਇਮੈਂਟ ਆ। ਅਸੀਂ ਇਹ ਸਾਰੇ ਮੁੱਦਿਆਂ ਤੇ ਇਹਨਾਂ ਨੂੰ ਕਹਿੰਦੇ ਸੀ ਕਿ ਵਾਰੀ ਡਿਸਕਸ਼ਨ ਰੱਖੋ। ਤੁਸੀਂ ਹੁਣ ਇਹ ਕਰੋ, ਪਾਰਲੀਮੈਂਟ ਖਤਮ ਹੋ ਗਈ, ਦੋਵੇਂ ਸਦਨ ਖਤਮ ਹੋ ਗਏ, ਤੁਸੀਂ ਸੂਚੀ ਕੱਢ ਲਓ ਜਿਹੜੀ ਇਹਨਾਂ ਨੇ ਇੰਨੇ ਦਿਨ ਰੱਖੀ ਆ। ਸਾਡਾ ਇੱਕ ਵੀ ਸੁਜੈਸ਼ਨ ਇਹਨਾਂ ਨਹੀਂ ਮੰਨਿਆ, ਇਸ ਕਰਕੇ ਅਸੀਂ ਪਾਰਲੀਮੈਂਟ ਦੇ ਬਾਹਰ ਇਹਨਾਂ ਦਾ ਹੁਣ ਵਿਰੋਧ ਕਰ ਰਹੇ ਹਾਂ। ਇਹ ਬਿੱਲ ਪਾਸ ਜਦੋਂ ਬਣਾਏ ਨੇ, ਇਹ ਇਹਨਾਂ ਨੇ ਕਿਸਾਨਾਂ ਨੂੰ ਮਾਰਤਾ। ਇਹ ਹਰਸਿਮਰਤ ਕੌਰ ਉਦੋਂ ਵਿੱਚ ਬੈਠੀ ਸੀ। ਤੇ ਅੱਜ ਇੱਕ ਗੱਲ ਹੋਰ ਮੈਂ ਪੁੱਛਣਾ ਚਾਹੁੰਦਾ ਤੁਹਾਡੇ ਰਾਹੀਂ, ਜਿਹੜੀ ਹਰਸਿਮਰਤ ਕੌਰ ਕੱਲ ਉਹਨਾਂ ਨੇ ਮੀਡੀਆ 'ਚ ਗੱਲ ਕਹੀ, ਉਹ ਇਹ ਦੱਸ ਦੇਣ ਬਈ ਉਹਨਾਂ ਦੇ ਅਕਾਲੀ ਦਲ ਦੇ ਪ੍ਰਧਾਨ ਸਭ ਤੋਂ ਵੱਧ ਗੈਰ ਹਾਜ਼ਰੀ ਜੇ ਇਹ ਪਾਰਲੀਮੈਂਟ 'ਚ ਰਹੀ ਆ ਜਦੋਂ ਬਿੱਲਾਂ ਤੇ ਜਦੋਂ ਕਿਸਾਨਾਂ ਨੇ ਕਿਹਾ ਸੀ ਵੀ ਇੱਕ ਦਿਨ ਵੀ ਤੁਸੀਂ ਗੈਰ ਹਾਜ਼ਰ ਨਹੀਂ ਹੋਣਾ,
ਸਭ ਤੋਂ ਵੱਧ ਜੇ ਕੋਈ ਐਮਪੀ ਗੈਰ ਹਾਜ਼ਰ ਰਿਹਾ ਪੰਜਾਬ ਦੇ ਐਮਪੀਆਂ ਚੋਂ, ਉਹ 15-16 ਦਿਨ ਜਿਹੜੇ ਆ ਉਹਦੇ ਵਿੱਚੋਂ ਇੱਕ ਹਫ਼ਤਾ ਜਿਹੜਾ ਉਹ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦਾ ਪ੍ਰਧਾਨ ਆ, ਉਹ ਸੈਸ਼ਨ ਚੋਂ ਗਾਇਬ ਰਿਹਾ। ਹਾਜ਼ਰੀਆਂ ਚੈੱਕ ਕਰ ਲਓ। ਇਹ ਪਤਾ ਨਹੀਂ ਕਿ ਹਰਸਿਮਰਤ ਆਪ ਵੀ ਸਾਈਨ ਕਰੀ ਗਏ ਉਹਨਾਂ ਦੇ ਥਾਂ ਤਾਂ ਪਤਾ ਨਹੀਂ, ਬਾਕੀ ਪੰਜਾਬ 'ਚ ਉਹਨਾਂ ਦੀਆਂ ਹਾਜ਼ਰੀਆਂ ਦੇਖ ਲਿਓ। ਇਸ ਕਰਕੇ ਹਰਸਿਮਰਤ ਹੋਣੀ ਮੈਂ ਦੇਖਿਆ ਕਿਸੇ ਇਹ ਗੱਲ ਜਸਟੀਫਾਈ ਨਹੀਂ ਕਰ ਸਕਦੇ ਕਦੇ ਵੀ। ਇਹ ਗੱਲ ਕਹਿੰਦੇ ਆ ਮਿਲ ਕੇ ਆ ਜਿਹੜਾ ਹਾਲ ਕੱਲ ਹੋਇਆ ਕਾਂਗਰਸ ਦੇ ਮੈਂਬਰ ਬਾਜਵਾ ਸਾਹਿਬ ਨੇ ਕੀ ਕੁਝ ਕੀਤਾ, ਤੇ ਇਹ ਕਿਉਂ ਕਰਨਾ ਪਿਆ? ਤੁਸੀਂ ਕਿਉਂ ਨਾ ਹਾਊਸ ਦੇ ਵਿੱਚ ਕੀਤਾ ਕੁਝ? ਸੋ ਬਹੁਤ ਬਹੁਤ ਧੰਨਵਾਦ ਸਾਰੇ ਦਰਸ਼ਕਾਂ ਦਾ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ। ਘੁਟਾਲਿਆਂ ਦੀ ਪਰਤ ਦਰ ਪਰਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਇੱਕ ਇੱਕ ਪਰਤ ਖੋਲ੍ਹਦੇ ਜਾਵਾਂਗੇ। ਸੋ ਬਹੁਤ ਬਹੁਤ ਧੰਨਵਾਦ ਅੱਲਾ ਸਾਹਿਬ। ਬਹੁਤ ਬਹੁਤ ਧੰਨਵਾਦ।